ਸਤਿ ਸ਼੍ਰੀ ਅਕਾਲ ਪੇਸ਼ ਕਰਦਾ ਹਾਂ। ਸੋ ਅਸੀਂ ਉਸ ਸਿਲਸਿਲੇਵਾਰ ਜਿਹੜੀ ਲੜੀ ਸਾਡੀ ਚੱਲਦੀ ਹੈ ਜੀਵਨ ਤੋਂ ਜੀਵਨ ਦੀ ਉਤਪਤੀ ਵਿੱਚ, ਅਸੀਂ ਅੱਜ ਇੱਥੇ ਪਹੁੰਚ ਗਏ ਹਾਂ ਕਿ ਹੁਣ ਇਸ ਵੇਲੇ ਇਸ ਸਰੀਰਕ ਢਾਂਚੇ ਦੀ ਬਣਤਰ ਦੀ ਗੱਲ ਸਾਡੀ ਚੱਲ ਰਹੀ ਹੈ। ਅਤੇ ਸਰੀਰਕ ਢਾਂਚੇ ਦੀ ਬਣਤਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਬਾਰੇ ਜਾਣਕਾਰੀ ਦਿੱਤੀ ਆ ਵੀ ਇਹ ਸਰੀਰ ਬਣਿਆ ਹੋਇਆ ਹੱਡੀਆਂ ਦਾ ਢਾਂਚਾ ਆ, ਅਤੇ ਹੱਡੀਆਂ ਦੇ ਢਾਂਚੇ ਦੇ ਉੱਪਰ ਮਾਸਪੇਸ਼ੀਆਂ ਚੜ੍ਹੀਆਂ ਹੋਈਆਂ ਨੇ, ਔਰ ਉਹਨਾਂ ਹੱਡੀਆਂ ਦਾ ਵੇਰਵਾ ਅਸੀਂ ਤਕਰੀਬਨ ਦੇ ਚੁੱਕੇ ਹਾਂ ਸਾਰਾ। ਅਤੇ ਉਸ ਤੋਂ ਬਾਅਦ ਅਸੀਂ ਅੱਗੇ ਚੱਲ ਕੇ ਮਾਸਪੇਸ਼ੀਆਂ 'ਤੇ ਅੱਜ ਪਹੁੰਚੇ ਹਾਂ ਵੀ ਇਹਨਾਂ ਨੂੰ ਬੰਨ੍ਹਣ ਵਾਸਤੇ ਵੀ ਤਾਂ ਇਹ ਘਰ ਦੀ ਜਿਹੜੀ ਬਾਉਂਡਰੀ ਬਣ ਗਈ ਹੈ, ਸਾਰੀ ਸਟਰਕਚਰ ਬਣ ਗਿਆ ਹੈ, ਅਤੇ ਇਸ ਨੂੰ ਬੰਨ੍ਹਣ ਵਾਸਤੇ ਵੀ ਤਾਂ ਸਾਨੂੰ ਕੁਛ ਨਾ ਕੁਛ ਚਾਹੀਦਾ ਹੈ ਨਾ। ਅਤੇ ਉਸ ਬੰਨ੍ਹਣ ਵਾਲੇ ਸਿਸਟਮ ਵਾਸਤੇ ਅਸੀਂ ਉਹਨੂੰ ਸਮਝਦੇ ਹਾਂ ਵੀ ਜਿਹੜਾ ਸਾਡਾ ਮਸਕੂਲਰ ਸਿਸਟਮ ਹੈ, ਇਹ ਮਸਕੂਲਰ ਸਿਸਟਮ ਇਸ ਸਾਰੀਆਂ ਹੱਡੀਆਂ ਨੂੰ ਇੱਕ ਦੂਜੀ ਦੇ ਨਾਲ ਬੰਨ੍ਹ ਕੇ ਰੱਖਦਾ ਹੈਗਾ, ਜਿਹਦੇ ਕਰਕੇ ਇਹ ਸਾਰਾ ਸਟਰਕਚਰ ਜਿਹੜਾ ਸਾਡਾ ਬਾਡੀ ਦਾ ਹੈ ਇਹ ਇਸ ਤਰ੍ਹਾਂ ਖੜਾ ਰਹਿ ਜਾਂਦਾ ਹੈ। ਔਰ ਇਹ ਮਾਸਪੇਸ਼ੀਆਂ ਜਿਹੜੀਆਂ ਨੇ ਸਾਰੀਆਂ ਰੱਸੀਆਂ ਦੀਆਂ ਬਣੀਆਂ ਹੁੰਦੀਆਂ, ਜਿਵੇਂ ਰੱਸੀਆਂ ਨੂੰ ਇੱਕ ਦੂਸਰੀ ਨਾਲ ਜੋੜ ਕੇ ਤੇ ਸਟਰੋਂਗ ਬਣਾਇਆ ਜਾਂਦਾ ਹੈ, ਇਸੇ ਤਰ੍ਹਾਂ ਦੀਆਂ ਰੱਸੀਆਂ ਹਨ ਇਹਨਾਂ ਦੀਆਂ, ਜਿਹਦੇ ਨਾਲ ਹੀ ਇਹ ਮਾਸਪੇਸ਼ੀਆਂ ਬਣੀਆਂ ਹੁੰਦੀਆਂ ਨੇ। ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦੀਆਂ ਆਮ ਤੌਰ 'ਤੇ ਟਾਈਪਸ ਹਨ ਵੀ ਕਿਸ ਮਾਸਪੇਸ਼ੀ ਨੇ ਕਿਸ ਚੀਜ਼ ਨੂੰ ਬੰਨ੍ਹਣਾ ਆ, ਉਹ ਕਿਸ ਤਰ੍ਹਾਂ ਦੇ ਕੰਮ ਆਏਗੀ। ਜਿਵੇਂ ਆਮ ਤੌਰ 'ਤੇ ਅਸੀਂ ਗੰਢਾ ਦਿੰਦੇ ਹਾਂ ਨਾ, ਕੋਈ ਰੱਸੀ ਜੋੜਨ ਵਾਸਤੇ ਜਾਂ ਕਿਸੇ ਚੀਜ਼ ਨੂੰ ਜੋੜਨ ਵਾਸਤੇ ਗੰਢਾ ਦਿੰਦੇ ਹਾਂ। ਕੋਈ ਕਲੋਵ ਹਿੱਚ ਵਰਗੀ ਹੁੰਦੀ ਹੈ, ਕੋਈ ਰੀਫ ਨੋਟ ਵਰਗੀ ਹੁੰਦੀ ਹੈ, ਕੋਈ ਸ਼ੀਟ ਬੈਂਡ ਹੁੰਦੀ ਹੈ, ਜਾਂ ਕੋਈ ਸਧਾਰਨ ਜਿਵੇਂ ਆ ਟਾਈ ਦੀ ਆ ਬੋਲ ਆਉਂਦੇ ਨੇ ਇੱਥੇ ਲੋਕ, ਇਸ ਤਰ੍ਹਾਂ ਦੀ ਮਤਲਬ ਅਲੱਗ-ਅਲੱਗ ਕਿਸਮਾਂ ਹਨ। ਜੇ ਗੋਲਾਈ ਦੇ ਵਿੱਚ ਕਿਸੇ ਚੀਜ਼ ਨੇ ਜਾਣਾ ਆ ਅਤੇ ਉਸ ਵੇਲੇ ਕਲੋਵ ਹਿੱਚ ਵਾਲੀ ਸਿੰਗਲ ਨਾਟ ਜਿਹੜੀ ਹੈ ਉਹ ਕੰਮ ਦਿੰਦੀ ਹੈ। ਜੇ ਦੋਵੇਂ ਪਾਸਿਓਂ ਗੋਲਾਈ ਨੂੰ ਜਿਵੇਂ ਮੋਢੇ ਨੂੰ ਕਵਰ ਕਰਨਾ ਹੋਵੇ ਜਾਂ ਹਿਪ ਜੁਆਇੰਟ ਨੂੰ ਕਵਰ ਕਰਨਾ ਹੋਵੇ, ਅਤੇ ਉਸ ਵੇਲੇ ਸਾਨੂੰ ਰੀਫ ਨੋਟ ਵਰਗੀ ਗੰਢ ਚਾਹੀਦੀ ਜਿਹੜੀ ਦੋਵੇਂ ਪਾਸੋਂ ਹੀ ਖਿੱਚੀ ਜਾ ਸਕੇ ਔਰ ਉਹ ਵੱਜ ਜਾਵੇ। ਮੈਂ ਸਧਾਰਨ ਬੋਲੀ 'ਚ ਕਹਿ ਸਕਦਾ ਵੀ ਜਦੋਂ ਪਿੰਡਾਂ ਦੇ ਵਿੱਚ ਬਾਹਰ ਚਾਹ ਲੈ ਕੇ ਜਾਈਦੀ ਸੀ ਨਾ ਗੜਵੀਆਂ 'ਚ ਪਾ ਕੇ, ਅਤੇ ਗੜਵੀਆਂ ਨੂੰ ਰੱਸੀ ਦੀ ਬੁੱਗਣੀ ਪਾਈ ਜਾਂਦੀ ਸੀ, ਉਹ ਗਲੇ ਨੂੰ ਬੰਨ੍ਹੀ ਜਾਂਦੀ ਸੀ ਅਤੇ ਉਹ ਦੋਵੇਂ ਪਾਸਿਓਂ ਕੱਸੀ ਜਾਂਦੀ ਸੀ। ਉਸ ਨੂੰ ਫੜ ਕੇ ਅਸੀਂ ਗਰਮ ਕੀ ਜਿਹੜੀ ਚਾਹ ਸੀਗੀ ਉਹ ਗੜਵੀ ਦੀ ਉਹ ਲੈ ਕੇ ਜਾਂਦੇ ਸੀ। ਠੀਕ ਇਸ ਤਰ੍ਹਾਂ ਦੀਆਂ ਗੰਢਾਂ ਜਿਹੜੀਆਂ ਨੇ ਉਹ ਜੋੜਾਂ ਦੇ ਵਿੱਚ ਹੁੰਦੀਆਂ ਨੇ। ਬਾਕੀ ਥਾਵਾਂ 'ਤੇ ਜਿਹੜੀਆਂ ਇਹ ਮਾਸਪੇਸ਼ੀਆਂ ਨੇ ਉਹ ਜਿਸ ਤਰ੍ਹਾਂ ਕਾਰਡਿਕ ਦਿਲ ਦੇ ਮਸਲਸ ਨੇ, ਸਭ ਤੋਂ ਸਟਰੋਂਗ ਬਾਡੀ ਦੇ ਵਿੱਚ ਜੇ ਅਗਰ ਕੋਈ ਮਸਲ ਹੈਗੇ ਨੇ ਜਿਨ੍ਹਾਂ ਵਿੱਚ ਲਚਕ ਵੀ ਹੈਗੀ ਹੈ, ਜਿਨ੍ਹਾਂ 'ਚ ਫੈਲਾਓ ਵੀ ਹੈਗਾ ਆ, ਔਰ ਜਿਹੜੇ ਸਟਰੋਂਗੈਸਟ ਮਸਲ ਹੈਗੇ ਨੇ ਉਹ ਹਾਰਟ ਦੇ ਮਸਲ ਨੇ, ਜਿਨ੍ਹਾਂ ਨੂੰ ਅਸੀਂ ਕਾਰਡਿਕ ਮਸਲ ਕਹਿੰਦੇ ਹਾਂ। ਉਸ ਤੋਂ ਬਾਅਦ ਫਿਰ ਮਸਲ ਆ ਜਾਂਦੇ ਨੇ ਸਮੂਥ ਅਤੇ ਪੱਧਰੇ ਚੌੜੇ ਮਸਲ, ਜਿਵੇਂ ਸਾਡੀ ਛਾਤੀ ਦੇ ਮਸਲ ਹੈਗੇ ਨੇ। ਛਾਤੀ ਦੇ ਵਿੱਚ ਮਸਲ ਜਿਹੜੇ ਨੇ ਚੌੜੇ ਲੱਗੇ ਨੇ ਜਗ੍ਹਾ ਨੂੰ ਕਵਰ ਕਰਨ ਵਾਸਤੇ, ਪੇਟ 'ਚ ਲੱਗੇ ਨੇ ਜਗ੍ਹਾ ਨੂੰ ਕਵਰ ਕਰਨ ਵਾਸਤੇ, ਹਿੱਪ ਦੇ ਪਿਛਲੇ ਪਾਸੇ ਲੱਗੇ ਨੇ ਜਗ੍ਹਾ ਨੂੰ ਕਵਰ ਕਰਨ ਵਾਸਤੇ। ਬਾਕੀ ਲੱਤਾਂ ਅਤੇ ਬਾਹਾਂ ਦੇ ਵਿੱਚ ਜਿਹੜੀਆਂ ਮਾਸਪੇਸ਼ੀਆਂ ਹੈਗੀਆਂ ਨੇ, ਮਸਲ ਹੈਗੇ ਨੇ, ਉਹ ਜਾਂ ਤਾਂ ਉਹ ਹੱਡੀਆਂ ਵਾਲੇ ਕਰੈਕਟਰ ਦੇ ਹੈਗੇ ਨੇ, ਔਰ ਦਿਲ ਦੇ ਵਿੱਚ ਕੇਵਲ ਜਿਹੜੇ ਮਾਸਪੇਸ਼ੀਆਂ ਨੇ ਉਹ ਪਰਕਿੰਜੀ ਫਾਈਬਰ, ਬੇਸਿਕਲੀ ਮੈਡੀਕਲ ਟਰਮ ਉਹਦੇ ਵਾਸਤੇ ਹੈਗੀ ਹੈ ਪਰਕਿੰਜੀ ਫਾਈਬਰ। ਸੋ ਉਹ ਸਟਰੋਂਗ ਟਾਈਪ ਦੇ ਮਸਲਸ ਨੇ ਜਿਹੜੇ ਉਸ ਥਾਂ 'ਤੇ ਹਾਰਟ ਦੇ ਵਿੱਚ ਲੱਗੇ ਨੇ, ਕਿਉਂਕਿ ਹਾਰਟ ਨੇ ਵੇਖੋ ਇਹ ਰੁਕਣਾ ਨਹੀਂ ਹੈ। ਜਦੋਂ ਤੋਂ ਸ਼ੁਰੂ ਹੋਣਾ ਆ, ਆਮ ਤੌਰ 'ਤੇ ਅਸੀਂ 12ਵੇਂ ਵੀਕ ਤੋਂ ਬਾਅਦ ਦਿਲ ਦੀ ਧੜਕਣ ਸ਼ੁਰੂ ਹੋ ਜਾਂਦੀ ਹੈ, ਪਰ ਅਸੀਂ ਸੁਣ ਸਕਦੇ ਹਾਂ 16ਵੇਂ ਵੀਕ ਦੇ ਵਿੱਚ ਸਟੈਥੋਸਕੋਪ ਲਗਾ ਕੇ। ਉਦੋਂ ਤੋਂ ਲੈ ਕੇ ਇਹ ਵਿਚਾਰਾ ਧੜਕਣ ਲੱਗਦਾ ਆ ਅਤੇ ਆਖਰੀ ਦਮ ਤੱਕ ਜਦੋਂ ਇਹ ਧੜਕਣਾ ਬੰਦ ਕਰਦਾ ਅਤੇ ਫਿਰ ਅਸੀਂ ਆਨੇ ਬੰਦਾ ਮਰ ਗਿਆ ਪਈ ਉਹਨੂੰ। ਇੰਨੀ ਲੰਬੀ ਇਹਦੀ ਦੌੜ ਆ, ਔਰ ਇੰਨਾ ਜ਼ਿਆਦਾ ਇਹ ਪੰਪ ਕਰਦਾ ਹੈ, ਹਰ ਸਧਾਰਨ ਤੌਰ 'ਤੇ ਵੀ ਪੰਪ ਕਰਦਾ ਹੈ, ਅਤੇ 72 ਤੋਂ 80 ਵਾਰ ਅਸੀਂ ਆਨੇ 1 ਮਿੰਟ 'ਚ ਕਰਦਾ ਹੈ। ਨਾ ਦਿਨ ਸੌਣਾ ਅਤੇ ਨਾ ਰਾਤ ਸੌਣਾ। ਜਦੋਂ ਚਾਲੂ ਹੋ ਗਿਆ ਚੱਲਦਾ ਹੀ ਚੱਲਦਾ ਹੈਗਾ। ਇਸ ਬਹੁਤ ਵੱਡਾ ਕੰਮ ਹੈ। ਸੋ ਅੰਦਾਜ਼ਾ ਲਗਾ ਸਕਦੇ ਹਾਂ ਵੀ ਜਿਹਨੇ ਇੰਨਾ ਕੰਮ ਕਰਨਾ ਹੈ, ਇੰਨਾ ਸਖਤ ਛੁੱਟੀ ਵੀ ਹੈ ਨਹੀਂ ਕੋਈ ਉਹਦੀ ਵਿਚਾਰੇ ਦੀ, ਅਤੇ ਉਹ ਜਿਹੜੇ ਪਰਕਿੰਜੀ ਫਾਈਬਰ ਨੇ ਉਹ ਕਿੰਨੇ ਸਟਰੋਂਗ ਹੋਣਗੇ। ਉਸ ਤੋਂ ਬਾਅਦ ਆ ਜਾਂਦਾ ਵੀ ਇਹਨਾਂ ਦਾ ਕੰਮ ਕਿਸ ਟਾਈਪ ਦਾ ਹੈ। ਕੰਮ ਇੱਕ ਤਾਂ ਅਸੀਂ ਸਮਝਦੇ ਹਾਂ ਵੀ ਕਿਸੇ ਚੀਜ਼ ਨੂੰ ਬੰਨ੍ਹ ਕੇ ਘੁੱਟ ਕੇ ਰੱਖਣਾ, ਕੰਟਰੈਕਸ਼ਨ ਕਰਨੀ। ਦੂਸਰਾ ਅਸੀਂ ਕੰਮ ਕਰਦੇ ਹਾਂ ਕਿ ਕੋਈ ਬਾਂਹ ਨੂੰ ਅੱਗੇ ਪਿੱਛੇ ਕਰਨਾ, ਜੇ ਫੈਲਾਓ ਕਰਨਾ ਹੈ ਉਸ ਬਾਂਹ ਦਾ ਫੈਲਾਓ ਕਰਨ ਦਾ ਕੰਮ ਕਰਦੇ ਨੇ। ਮਾਸਪੇਸ਼ੀਆਂ ਜੇ ਅਸੀਂ ਕਿਸੇ ਚੀਜ਼ ਨੂੰ ਅੱਗੇ ਧੱਕਣਾ ਆ ਅਤੇ ਧੱਕਣ ਵਾਸਤੇ ਵੀ ਇਹ ਕੰਮ ਕਰਦੀਆਂ ਹਨ, ਖਿੱਚਣਾ ਹੈ ਅਤੇ ਤਾਂ ਵੀ ਇਹ ਕੰਮ ਕਰਦੀਆਂ ਹਨ। ਅਲੱਗ-ਅਲੱਗ ਪੁਲਿੰਗ ਮਸਲ ਜਿਹੜੇ ਨੇ ਔਰ ਪ੍ਰੈਸਿੰਗ ਮਸਲ ਜਿਹੜੇ ਨੇ ਉਹ ਅਲੱਗ-ਅਲੱਗ ਨੇ। ਦੂਸਰਾ ਬੰਦਾ ਖੜਾ ਹੋ ਜਾਂਦਾ ਹੈ ਅਤੇ ਫਿਰ ਸਟੇਬਿਲਿਟੀ ਰੱਖਣੀ ਕਿ ਡਿੱਗੇ ਨਾ ਕਿਸੇ ਪਾਸੇ, ਉਹਨੂੰ ਸਥਿਰ ਕਰਨਾ।
ਇਹ ਆਮ ਤੌਰ ਤੇ ਇਹਨਾਂ ਮਾਸਪੇਸ਼ੀਆਂ ਦਾ ਜਿਹੜਾ ਜ਼ਿਆਦਾਤਰ ਕੰਮ ਹੁੰਦਾ ਝੁੱਕ ਕੇ ਰੱਖਣਾ, ਲਿਫਟ ਕਰਨਾ। ਕਿਰਿਆ ਕਿਸ ਤਰ੍ਹਾਂ ਦੀ ਇਹਨਾਂ ਦੀ? ਮਾਸਪੇਸ਼ੀਆਂ ਦੀ ਕਿਰਿਆ ਦੋ ਤਰ੍ਹਾਂ ਦੀ ਆ। ਇੱਕ ਤਾਂ ਜਿਹੜੀ ਤੁਹਾਡੇ ਕੰਟਰੋਲ ਦੇ ਵਿੱਚ ਹੈਗੀ ਆ, ਵੋਲੰਟਰੀ, ਕਿ ਤੁਸੀਂ ਲੱਤ ਨੂੰ ਹਿਲਾ ਲਿਆ, ਬਾਂਹ ਨੂੰ ਹਿਲਾ ਲਿਆ, ਜਿਵੇਂ ਕਿਸੇ ਚੀਜ਼ ਨੂੰ ਮਰੋੜਨਾ ਹੈ ਉਵੇਂ ਤੁਸੀਂ ਮਰੋੜ ਸਕਦੇ ਹੋ, ਕੋਈ ਐਸੀ ਗੱਲ ਨਹੀਂ ਹੈਗੀ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਵੋਲੰਟਰੀ ਮਸਲਸ। ਦੂਸਰੀ ਕਿਸਮ ਹੈਗੀ ਆ ਇਨਵੋਲੰਟਰੀ, ਜਿਹੜੇ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ। ਜਿਸ ਤਰ੍ਹਾਂ ਆਪਾਂ ਮੂੰਹ 'ਚ ਬੁਰਕੀ ਪਾ ਲੈਨੇ ਆ ਤੇ ਸੰਗ ਤੋਂ ਉਤਰ ਗਈ ਹੇਠਾਂ, ਤੇ ਹੁਣ ਉਹ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ। ਹੁਣ ਇਹਨੇ ਅੱਗੇ ਚੱਲਣਾ ਤੇ ਆਪਣੇ ਆਪ ਚੱਲਣਾ ਹੈਗਾ। ਇਸੇ ਤਰ੍ਹਾਂ ਹੀ ਪੇਟ ਦੇ ਵਿੱਚ ਮੂਵਮੈਂਟਸ ਜਿਹੜੀਆਂ ਆਂਤੜੀਆਂ ਦੀ ਹੈ ਉਹ ਇਨਵੋਲੰਟਰੀ ਹੈ, ਉਹ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ। ਤੁਸੀਂ ਆਖੋ ਵੀ ਮੈਂ ਖੁਰਾਕ ਖਾ ਲਈਏ ਤੇ ਇੱਥੇ ਕਿ ਰੁਕ ਜਾਵੇ, ਆ ਕੇ ਬਾਅਦ 'ਚ ਅੱਗੇ ਭੇਜਾਂਗੇ, ਐ ਨਹੀਂ ਕਰ ਸਕਦੇ। ਸੋ ਇਸ ਨੇ ਲਗਾਤਾਰ ਉਸ ਮੂਵਮੈਂਟ ਨੇ ਜਿਹੜੀ ਹੈ ਇਨਵੋਲੰਟਰੀ ਤੌਰ ਤੇ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਕੇ ਚੱਲਣਾ ਹੈਗਾ। ਇਸੇ ਤਰ੍ਹਾਂ ਅਸੀਂ ਗੱਲ ਕੀਤੀ ਸੀ ਜਦੋਂ ਡਿਲੀਵਰੀ ਦੀ ਗੱਲ ਆਈ ਸੀ, ਉਸ ਵੇਲੇ ਜੋ ਸੈਕੰਡ ਸਟੇਜ ਤੋਂ ਬਾਅਦ ਜਿਹੜੀਆਂ ਦਰਦਾਂ ਸ਼ੁਰੂ ਹੁੰਦੀਆਂ ਨੇ, ਉਸ ਵੇਲੇ ਵੀ ਇਹ ਜਿਹੜੀਆਂ ਮਾਸਪੇਸ਼ੀਆਂ ਹਨ ਸਾਡੇ ਇਸ ਏਰੀਏ ਦੀਆਂ, ਪਲਵਿਕ ਏਰੀਏ ਦੀਆਂ, ਉਹ ਸਾਰੀਆਂ ਇਨਵੋਲੰਟਰੀ ਕੰਮ ਕਰਦੀਆਂ। ਹੁਣ ਤੁਹਾਡੇ ਕੰਟਰੋਲ 'ਚ ਨਹੀਂ। ਤੁਸੀਂ ਆਖੋ ਵੀ ਹੁਣ ਮੈਂ ਨਾ ਹੁਣ ਨਹੀਂ ਡਿਲੀਵਰੀ ਕਰਨੀ, ਘੰਟਾ ਤੇ 2 ਘੰਟਾ ਠਹਿਰ ਕੇ ਕਰਨਾ। ਮੈਨੂੰ ਤਾਂ ਪੰਡਤ ਨੇ ਕਿਹਾ ਸੀ ਵੀ ਇਸ ਵੇਲੇ ਬੱਚਾ ਜਨਮ ਲਏਗਾ ਤੇ ਫਿਰ ਐਂ ਕਰਨਾ ਹੈਗਾ। ਬੜੇ ਸਾਰੇ ਡਰਾਮੇ ਮੈਂ ਸੁਣੇ ਲੋਕਾਂ ਦੇ ਇਸ ਟਾਈਪ ਦੇ ਵਿੱਚ। ਉਹਨਾਂ ਨੂੰ ਕਈ ਲੋਕਾਂ ਨੇ ਡਿਲੀਵਰੀ ਟਾਈਮ ਤੇ ਹੋਣ ਨਹੀਂ ਦਿੱਤੀ, ਵੀ ਸਾਨੂੰ ਤਾਂ ਜੀ ਫਲਾਣੇ ਜੋਤਸ਼ੀ ਨੇ ਇਹ ਗੱਲ ਕਹੀ ਸੀ, ਇੰਨੇ ਵੱਜ ਕੇ ਇੰਨੇ ਮਿੰਟ ਤੇ ਬੱਚਾ ਹੋਵੇਗਾ ਤੇ ਉਹ ਜ਼ਿਆਦਾ ਵਧੀਆ ਹੋਏਗਾ, ਜ਼ਿਆਦਾ ਪ੍ਰਭਾਵਸ਼ਾਲੀ ਹੋਏਗਾ। ਔਰ ਔਰਤ ਦੀਆਂ ਲੱਤਾਂ ਬੰਨ੍ਹ ਕੇ ਰੱਖ ਛੱਡਣੀਆਂ। ਇਸ ਤਰ੍ਹਾਂ ਦੀਆਂ ਕਹਾਣੀਆਂ ਮੈਂ ਪਹਿਲਾਂ ਇਸ ਇਤਿਹਾਸ ਦੇ ਵਿੱਚ ਪੜ੍ਹ ਚੁੱਕਿਆ ਹਾਂ ਕਿ ਐਸਾ ਕੁਝ ਵੀ ਲੋਕ ਕਰਦੇ ਆਏ ਆ। ਪਰ ਜਿਹੜੀਆਂ ਇਨਵੋਲੰਟਰੀ ਮਸਲਸ ਨੇ, ਉਹ ਆਪਣਾ ਪੁਸ਼ ਕਰਨਾ ਕਿਸੇ ਵੀ ਚੀਜ਼ ਨੂੰ ਬਾਹਰ ਨੂੰ, ਉਹ ਰੁਕਦੀਆਂ ਨਹੀਂ, ਉਹ ਚੱਲਦੀਆਂ ਰਹਿੰਦੀਆਂ ਨੇ। ਖਾਸ ਤੌਰ ਤੇ ਸੈਕੰਡ ਸਟੇਜ ਤੋਂ ਬਾਅਦ। ਪਹਿਲੀ ਸਟੇਜ ਵਿੱਚ ਆ ਕੇ ਤੁਸੀਂ ਡਿਲੇ ਕਰ ਸਕਦੇ ਹੋ, ਪਰ ਸੈਕੰਡ ਸਟੇਜ ਦੇ ਵਿੱਚ ਤੁਸੀਂ ਡਿਲੇ ਨਹੀਂ ਕਰ ਸਕਦੇ। ਇਹ ਮਸਲ ਇਨਵੋਲੰਟਰੀ ਇੰਨੇ ਪਾਵਰਫੁਲ ਕੰਟਰੈਕਸ਼ਨ ਦੇ ਵਿੱਚ ਆ ਜਾਂਦੇ ਆ ਵੀ ਤੁਹਾਡੇ ਤੋਂ ਨਹੀਂ ਹੁੰਦਾ। ਹੁਣ ਆਈ, ਹਾਂਜੀ, ਹੁਣ ਆਈ ਚੀਮਾ ਸਾਹਿਬ ਇਹਨਾਂ ਦੀ ਬਣਤਰ ਦੀ ਗੱਲ, ਵੀ ਮਾਸਪੇਸ਼ੀਆਂ ਦੀ ਜਿਹੜੀ ਬਣਤਰ ਹੈ ਸਾਡੇ ਸਾਹਮਣੇ ਆਉਂਦੀ। ਇਹਦਾ ਅਸੀਂ ਵੇਖ ਲਿਆ ਵੀ ਧਾਗਿਆਂ ਦੀਆਂ ਬਣੀਆਂ ਨੇ ਸਾਰੀਆਂ, ਪਰ ਉਹ ਧਾਗੇ ਅਲੱਗ-ਅਲੱਗ ਕਿਸਮਾਂ ਦੇ, ਅਲੱਗ-ਅਲੱਗ ਤਰ੍ਹਾਂ ਦੇ ਬਣੇ ਹੋਏ ਨੇ। ਜਿੱਥੇ ਕਿਸੇ ਚੀਜ਼ ਦਾ ਓਰੀਜਨ ਹੁੰਦਾ ਹੈ, ਜਿੱਥੋਂ ਕੀ ਚੀਜ਼ ਸ਼ੁਰੂ ਹੁੰਦੀ ਹੈ, ਉੱਥੇ ਇਹ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਪਹਾੜਾਂ ਤੋਂ ਜਦੋਂ ਨਦੀਆਂ ਸ਼ੁਰੂ ਹੁੰਦੀਆਂ ਨਾ, ਤੇ ਪਹਾੜਾਂ ਦੀਆਂ ਵਿੱਥਾਂ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ, ਜਿਵੇਂ ਸਾਡੀਆਂ ਹੁਣ ਉਂਗਲਾਂ ਨੇ, ਅਲੱਗ-ਅਲੱਗ ਥਾਵਾਂ ਤੋਂ ਹੇਠਾਂ ਉਤਰਦੀਆਂ ਆਉਂਦੀਆਂ, ਔਰ ਹੇਠਾਂ ਆ ਕੇ ਇੱਕ ਡੈਲਟਾ ਬਣ ਜਾਂਦਾ, ਇੱਕ ਇਕੱਠ ਹੋ ਜਾਂਦਾ ਉਹਨਾਂ ਦਾ, ਜਿਵੇਂ ਸਾਡੀ ਹਥੇਲੀ ਹੋਵੇ। ਉੱਪਰੋਂ ਉਂਗਲਾਂ ਵਾਂਗੂ ਲਹਿਰਾਂ ਵਗੀਆਂ, ਬਰਫ਼ ਪੰਘਰੀ ਜਾਂ ਮੀਂਹ ਪਿਆ, ਤੇ ਪਹਾੜਾਂ ਤੋਂ ਹੇਠਾਂ ਪਾਣੀ ਆਇਆ, ਹੇਠਾਂ ਪਾਣੀ ਆ ਕੇ ਸਾਡੀ ਤਲੀ ਵਾਂਗ ਇੱਕ ਡੈਲਟਾ ਬਣ ਗਿਆ, ਸਾਰਾ ਪਾਣੀ ਉੱਥੇ ਇਕੱਠਾ ਹੋ ਗਿਆ। ਉਸ ਤੋਂ ਬਾਅਦ ਫਿਰ ਇਕੱਠਾ ਹੋ ਕੇ ਤੇ ਅੱਗੇ ਵਗਣਾ ਸ਼ੁਰੂ ਹੋ ਗਿਆ, ਜਿਵੇਂ ਸਾਡੀ ਬਾਂਹ ਹੈ ਉਹ ਜਾ ਰਹੀ ਹੈ। ਸੋ ਇਸ ਮੁਤਾਬਕ ਇਹਨਾਂ ਦਾ ਓਰੀਜਨ ਹੁੰਦਾ ਆ, ਤੇ ਜਿਹੜਾ ਵਿਚਕਾਰਲਾ ਜਿਹਨੂੰ ਮੈਂ ਡੈਲਟਾ ਕਿਹਾ ਹੈਗੇ, ਉਸ ਥਾਂ ਤੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਆ, ਉਹਨੂੰ ਬੈਲੀ ਆਫ ਦੀ ਮਸਲਸ ਕਹਿੰਦੇ ਆ। ਔਰ ਜੇ ਓਰੀਜਨ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਓਰੀਜਨ ਹੁੰਦਾ ਹੈ, ਸ਼ੁਰੂਆਤ ਹੁੰਦੀ ਹੈ ਬੈਲੀ ਦੇ ਵਿੱਚ, ਸਾਰਾ ਇਕੱਠਾ ਹੁੰਦਾ ਤੇ ਫਿਰ ਜ਼ੋਰ ਲਾ ਕੇ ਅੱਗੇ ਚੱਲਣਾ ਸ਼ੁਰੂ ਹੁੰਦਾ, ਤੇ ਜਿੱਥੇ ਜਾ ਕੇ ਇਸਨੇ ਬੰਨਣਾ ਹੁੰਦਾ ਕਿਸੇ ਚੀਜ਼ ਨੂੰ। ਜੇ ਹੱਡੀ ਦੀ ਮਾਸਪੇਸ਼ੀ ਹੈ ਤੇ ਹੱਡੀ ਨੇ ਇੱਕ ਥਾਂ ਤੋਂ ਸ਼ੁਰੂ ਹੋ ਕੇ ਤੇ ਦੂਜੀ ਥਾਂ ਤੇ ਜਾਣਾ ਹੈ, ਤੇ ਇਸ ਜੋੜ ਨੂੰ ਉਹਨੇ ਬੰਨਣਾ ਆ। ਉਹ ਜਿੱਥੇ ਬੰਨਣਾ ਆ ਉਸ ਥਾਂ ਤੇ ਰੱਸੀ ਦੀ ਸ਼ਕਲ ਲੈ ਲੈਂਦਾ। ਕਹਿਣ ਤੋਂ ਭਾਵੇਂ ਆ ਬਈ ਸਾਡੇ ਸ਼ੋਲਡਰ ਜੁਆਇੰਟ ਦੇ, ਮੋਢੇ ਵਾਲੇ ਜੁਆਇੰਟ ਦੇ ਦੁਆਲੇ ਜਿਹੜੀਆਂ ਵੀ ਹਨ, ਇਹ ਰੱਸੀਆਂ ਬਣ ਕੇ ਮਸਲਸ ਲੱਗੇ ਹੋਏ ਨੇ। ਡੈਲਟੋਇਡ ਮਸਲ ਹੈ, ਲੈਟੀਸੀਮਸ ਡਾਰਸਾਈ ਮਸਲ ਹੈ, ਗਲੀਨੋਇਡ ਕੈਵਿਟੀ ਹੈ। ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਮ ਮੈਂ ਸਮਝਦਾ ਵੀ ਪਬਲਿਕ ਦੇ ਇੰਟਰਸਟ ਦੀਆਂ ਨਹੀਂ, ਡਾਕਟਰਾਂ ਦੇ ਜਾਣਨ ਵਾਲੀਆਂ ਨੇ। ਪਰ ਹਾਂ, ਉਹਨਾਂ ਲੋਕਾਂ ਦੇ ਜਾਣਨ ਵਾਲੀਆਂ ਜ਼ਰੂਰ ਨੇ ਜਿਹੜੇ ਆਂਦੇ ਜੀ ਮੈਂ ਤਾਂ ਜੀ ਮੋਢਾ ਚੜਾਉਣਾ ਆ, ਹਾਂਜੀ ਮੋਢਾ ਨਿਕਲ ਗਿਆ ਤੇ ਮੈਂ ਮੋਢਾ ਚੜਾ ਦੇਣਾ, ਮੈਂ ਇਹ ਕਰ ਦੇਣਾ, ਮੈਂ ਉਹ ਕਰ ਦੇਣਾ। ਇਹਨਾਂ ਨੂੰ ਜਾਣਨ ਦੀ ਲੋੜ ਹੈ। ਜਿਸ ਤਰ੍ਹਾਂ ਆਪਾਂ ਪੇਟ ਦੀ ਇੱਕ ਦਿਨ ਗੱਲ ਐਗਜ਼ਾਮਪਲ ਦਿੱਤੀ ਸੀ, ਬਈ ਮਾਲਿਸ਼ਾਂ ਕਰਨ ਵਾਲਿਆਂ ਦੇ ਢਿੱਡ ਪੀੜ ਹੁੰਦੀ ਤੇ ਮਾਲਿਸ਼ਾਂ ਕਰਨੀਆਂ ਦੇ ਤੇਰੇ ਦੀ ਹੱਥ ਨਾਲ ਮਲਣਾ ਸ਼ੁਰੂ ਕਰ ਦਿੰਦੇ ਨੇ। ਨਹੀਂ, ਇਹਦੇ ਵਾਸਤੇ ਇਹ ਜਾਣਨਾ ਬੜਾ ਜ਼ਰੂਰੀ ਆ ਕਿ ਮਾਸਪੇਸ਼ੀਆਂ ਜਿਹੜੀਆਂ ਨੇ ਪੇਟ ਦੀਆਂ, ਉਹਨਾਂ ਦੀ ਬਣਤਰ ਕੀ ਹੈਗੀ ਆ, ਉਹਨਾਂ ਦੀ ਮੂਵਮੈਂਟ ਕਿਹੜੇ ਪਾਸੇ ਹੈਗੀ ਹੈ। ਇਹਦੇ ਅੰਦਰ ਵਾਲੇ ਪਾਸੇ ਜੋ ਮਟੀਰੀਅਲ ਭੜਿਆ ਹੋਇਆ, ਭਾਵ ਸਾਡੀਆਂ ਆਂਤੜੀਆਂ ਹੈਗੀਆਂ ਨੇ, ਉਹਨਾਂ ਦੀ ਮੂਵਮੈਂਟ ਕਿਹੜੇ-ਕਿਹੜੇ ਪਾਸੇ ਨੂੰ ਕਿੱਧਰੋਂ ਜਾ ਰਹੀ ਹੈਗੀ ਹੈ।
ਜੇ ਤੁਸੀਂ ਉਹਦੀ ਮੂਵਮੈਂਟ ਨੂੰ ਸਪੋਰਟ ਕਰੋਗੇ ਤੇ ਉਹਦਾ ਫਾਇਦਾ ਹੋ ਸਕਦਾ ਆ। ਜੇ ਤੁਸੀਂ ਉਹਦੀ ਮੂਵਮੈਂਟ ਨੂੰ ਸਪੋਰਟ ਨਹੀਂ ਕਰੋਗੇ ਤੇ ਇਹ ਤੁਹਾਡੀ ਉਸ ਤਕਲੀਫ ਨੂੰ ਡਿਲੇ ਕਰੇਗਾ, ਲੇਟ ਕਰੇਗਾ। ਇਸੇ ਤਰ੍ਹਾਂ ਹੀ ਜਿਹੜੀਆਂ ਮਾਸਪੇਸ਼ੀਆਂ ਉਸ ਹਾਲਾਤ, ਜਦੋਂ ਤੁਸੀਂ ਮਾਲਿਸ਼ ਕਰਦੇ ਹੋ ਜਾਂ ਮੋਢਾ ਉਤਰ ਗਿਆ ਜਾਂ ਚੁੱਕਣਾ ਉਤਰ ਗਿਆ ਜਾਂ ਕੋਈ ਚੀਜ਼ ਉਂਗਲੀ ਜਿਹੜੀ ਹੈ ਡਿਸਕਨੈਕਟ ਹੋ ਗਈ, ਤਾਂ ਉਸ ਵੇਲੇ ਇਹਨਾਂ ਮਾਸਪੇਸ਼ੀਆਂ ਦੀ ਇੱਕ ਆਪਣੀ ਪੋਜੀਸ਼ਨ ਹੈ ਜਿਸ ਪਾਸੇ ਇਹ ਜਾ ਰਹੀਆਂ ਨੇ। ਜੇ ਕੋਈ ਬੰਦਾ, ਕਿਉਂਕਿ ਪਿੰਡਾਂ ਵਿੱਚ ਤਾਂ ਅਸੀਂ ਵੇਖਦੇ ਸਨ ਹੱਡੀ ਟੁੱਟ ਗਈ ਤੇ ਲੱਕੜਾਂ ਹੀ ਲੈ ਕੇ ਫੱਟੀਆਂ ਲਾ ਕੇ ਬਾਂਸ ਦੀਆਂ ਚਾਰ ਚਫੇਰੇ ਉਹ ਬੰਨ੍ਹ ਦਿੰਦੇ ਸੀ, ਕੋਈ ਨਹੀਂ ਸੀ ਆਪਣੇ ਆਪ ਕਿਸੇ ਦੀਆਂ ਵਿੰਗੀਆਂ ਟੇਢੀਆਂ ਜੁੜ ਜਾਂਦੀਆਂ ਸੀ, ਉਸੇ ਤਰ੍ਹਾਂ ਤੁਰਿਆ ਫਿਰਦਾ ਸੀਗਾ। ਜੁੜਨਾ ਤਾਂ ਕਿਉਂਕਿ ਅੰਦਰ ਦਾ ਕੰਮ ਹੈ, ਸਿਸਟਮ, ਉਹ ਤਾਂ ਕੁਦਰਤ ਦਾ ਪ੍ਰੋਸੈਸ ਹੈਗਾ ਕਿ ਰੀਜਨਰੇਸ਼ਨ ਇੰਟਰਨਲ ਹੋਣੀ ਹੈ, ਅੰਦਰ ਵਾਲੇ ਪਾਸਿਓਂ ਸਾਡੀ ਤਰੱਕੀ ਹੋਣੀ ਹੈ ਤੇ ਉਹ ਹੁੰਦੀ ਰਹਿਣੀ ਹੈ। ਪਰ ਜੇ ਉਸ ਦੀ ਬਣਤਰ ਦੇ ਮੁਤਾਬਕ ਸਾਰੀ ਚੀਜ਼ ਨੂੰ ਸੈੱਟ ਕੀਤਾ ਹੋਇਆ, ਕਿਸੇ ਜਾਣਕਾਰ ਨੇ ਇਹ ਗੱਲ ਸੈੱਟ ਕੀਤੀ ਹੁੰਦੀ ਤੇ ਫਿਰ ਵਿੰਗੀਆਂ ਟੇਢੀਆਂ ਲੱਤਾਂ ਨਹੀਂ ਜੁੜਦੀਆਂ। ਇਸੇ ਤਰ੍ਹਾਂ ਮੈਂ ਮੋਢੇ ਦੀ ਗੱਲ ਕਰ ਰਿਹਾ, ਖਾਸ ਤੌਰ ਤੇ ਖਿੱਚਾਂ ਖੁੱਚਾਂ ਪਾਉਂਦਿਆਂ ਖੇਡਦਿਆਂ ਕਈ ਵਾਰ ਮੋਢੇ ਵਗੈਰਾ ਨਿਕਲ ਜਾਂਦੇ ਨੇ, ਔਰ ਉਹਨਾਂ ਦੀ ਮਾਲਿਸ਼ ਕਰਨ ਵਾਲੇ ਉਹ ਕੱਛ ਦੇ ਵਿੱਚ ਦੇ ਕੇ ਐਵੇਂ ਪ੍ਰੈਸ਼ਰ ਦੇ ਉਹਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਨੇ। ਉਹ ਰੋਂਗ ਤਰੀਕਾ ਹੈਗਾ। ਤਰੀਕਾ ਅਸਲ ਦੇ ਵਿੱਚ ਕੀ ਹੈਗਾ ਆ ਕਿ ਕੁਝ ਮਾਸਪੇਸ਼ੀਆਂ ਤਾਂ ਬੈਕ ਸਾਈਡ ਤੋਂ ਸਾਡੀਆਂ ਆਉਂਦੀਆਂ ਨੇ, ਜਿਹੜੀ ਸਕੈਪੂਲਾ ਦੇ ਉੱਪਰੋਂ ਦੀ ਆਉਂਦੀਆਂ, ਸੁਪਰਾ ਸਕੈਪੂਲਸ ਤੇ ਇਨਫਰਾ ਸਕੈਪੂਲਰਸ, ਇਹ ਮਸਲ ਆਉਂਦੇ ਨੇ ਪਿਛਲੇ ਪਾਸੋਂ ਮਾਸਪੇਸ਼ੀਆਂ। ਅਗਲੇ ਪਾਸੇ ਜਿਹੜੀ ਆ ਕਿ ਡੈਲਟੋਇਡ ਲੱਗਦੀ, ਜਿਹੜੀ ਪਿਛਲੇ ਪਾਸੇ ਤੋਂ ਆ ਰਹੀ ਹੈ ਸਾਡੀ। ਇਸੇ ਤਰ੍ਹਾਂ ਅਲੱਗ-ਅਲੱਗ ਮਾਸਪੇਸ਼ੀਆਂ ਕਿਸੇ ਵੀ ਜੋੜ ਦੇ ਵਿੱਚ ਜਿਹੜੀਆਂ ਵੀ ਆਉਂਦੀਆਂ ਨੇ, ਜੇ ਸਾਨੂੰ ਉਹਨਾਂ ਦੀ ਡਾਇਰੈਕਸ਼ਨ ਨਹੀਂ ਨਾ ਪਤਾ ਤੇ ਫਿਰ ਅਸੀਂ ਉਹਨੂੰ ਚੜਾਉਣਾ ਜਾਂ ਉਹਨੂੰ ਮੂਵ ਕਰਨਾ ਜਾਂ ਉਹਦੀ ਦਰਦ ਬੰਦ ਕਰਨ ਵਾਸਤੇ ਉਹਦੀ ਮਾਲਿਸ਼ ਕਰਨੀ, ਉਹਦੇ ਗਲਤ ਤਰੀਕੇ 'ਚ ਜਾਏਗਾ, ਉਹਦਾ ਨੁਕਸਾਨ ਹੋਏਗਾ। ਇਹ ਜਾਣਨ ਦੀ ਬਹੁਤ ਲੋੜ ਹੈਗੀ। ਇਸੇ ਕਰਕੇ ਆਪਾਂ ਇਹ ਮਾਸਪੇਸ਼ੀਆਂ ਦੀ ਗੱਲ ਕਰ ਰਹੇ ਹਾਂ ਕਿ ਮਾਸਪੇਸ਼ੀਆਂ ਦੀ ਜਿਹੜੀ ਬਣਤਰ ਹੈ ਉਹ ਅਲੱਗ-ਅਲੱਗ ਕਿਸਮ ਦੀ ਹੈਗੀ ਹੈ, ਔਰ ਕਈ ਥਾਵਾਂ 'ਤੇ ਬਣਤਰ ਬਹੁਤ ਸਟਰੋਂਗ ਬਣੀ ਹੋਈ ਹੈ, ਕਈ ਥਾਵਾਂ 'ਤੇ ਬਣਤਰ ਜਿਹੜੀ ਹੈ ਉਹ ਸਾਫਟ ਬਣੀ ਹੋਈ ਹੈ। ਤਕਰੀਬਨ ਜਿਹੜੀਆਂ ਖੂਨ ਦੀਆਂ ਨਾੜੀਆਂ ਹਨ, ਇਹਨਾਂ ਨੂੰ ਵੀ ਬਲੱਡ ਵੈਸਲਸ ਜਿਹੜੇ ਨੇ ਖੂਨ ਦੀਆਂ ਨਾੜੀਆਂ, ਇਹਨਾਂ ਨੂੰ ਵੀ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਕਵਰ ਕਰਦੀਆਂ ਨੇ, ਪਰ ਉਹ ਬੜੀਆਂ ਲਚਕਦਾਰ ਹੁੰਦੀਆਂ ਨੇ। ਕਿਉਂਕਿ ਜਿਵੇਂ ਦਿਲ ਨੇ ਪੰਪ ਕਰਨਾ ਆ, ਉਵੇਂ ਮਾਸਪੇਸ਼ੀ ਉਹਦੇ 'ਚ ਬਲੱਡ ਵੈਸਲ 'ਚ ਖੂਨ ਜਾਣਾ, ਖੂਨ ਦੀ ਨਾਲੀ ਦੇ ਵਿੱਚ ਖੂਨ ਜਾਣਾ ਹੈ, ਔਰ ਉਸੇ ਤਰ੍ਹਾਂ ਹੀ ਮਾਸਪੇਸ਼ੀ ਨੂੰ ਉਨੀ ਤੇਜ਼ੀ ਦੇ ਨਾਲ ਹੀ ਲਚਕ ਕਰਨ ਦੀ ਲੋੜ ਹੈਗੀ ਹੈ। ਔਰ ਜੇ ਲਚਕ ਨਾ ਰਵੇ, ਹਾਲਾਤ ਦੇ ਮੁਤਾਬਕ ਬਜ਼ੁਰਗਾਂ ਦੇ ਵਿੱਚ ਆਮ ਤੌਰ 'ਤੇ ਕੰਡੀਸ਼ਨ ਆ ਜਾਂਦੀ ਜਿਹਨੂੰ ਅਸੀਂ ਕਹਿੰਦੇ ਹਾਂ ਆਰਟੇਰੀਓਸਕਲੇਰੋਸਿਸ। ਜਿਹੜੇ ਜਵਾਨ ਆ, ਕਿਸੇ ਵੀ ਜਵਾਨ ਬੰਦੇ ਦਾ ਹੱਥ ਵੇਖ ਲਓ, ਬਾਂਹ ਵੇਖ ਲਓ, ਕੋਈ ਨੀਲੀਆਂ ਨਾੜਾਂ ਦਿਸਦੀਆਂ ਨਹੀਂ ਉਹਨਾਂ ਦੀਆਂ। ਸਾਡੇ ਵਰਗੇ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਨੀਲੀਆਂ ਨਾੜਾਂ ਵੇਖੋ ਦਿਸਣ ਲਈਆਂ ਨੇ ਬਾਹਰ, ਕਿਸੇ ਦੀਆਂ ਵੱਧ ਕਿਸੇ ਦੀਆਂ ਘੱਟ, ਨੀਲੀਆਂ ਨਾੜਾਂ, ਔਰ ਉਹ ਅਲਟੀਮੇਟ ਰੱਸੀ ਵਰਗੀਆਂ ਹੋ ਜਾਂਦੀਆਂ। ਫੈਟ ਉਹਨਾਂ ਦੇ ਉੱਪਰ ਨਹੀਂ ਹੁੰਦਾ, ਸਿਰਫ ਚਮੜੀ ਦੀ ਤਹਿ ਹੀ ਹੁੰਦੀ ਹੈ, ਔਰ ਉਹ ਰੱਸੀ ਵਰਗੀਆਂ ਹੋ ਜਾਂਦੀਆਂ। ਜਿਹੜੇ ਉਹਨਾਂ ਦੀ ਕੰਡੀਸ਼ਨ ਇਸ ਕਰਕੇ ਬਣ ਜਾਂਦੀ ਆ ਕਿ ਜਿਹੜੀਆਂ ਮਾਸਪੇਸ਼ੀਆਂ ਇਹਨਾਂ ਦੇ ਉੱਪਰ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ, ਦਿਲ ਤਾਂ ਪੰਪ ਕਰ ਰਿਹਾ ਹੈ, ਦਿਲ ਨੇ ਤਾਂ ਖੂਨ ਭੇਜ ਦਿੱਤਾ ਹੈ, ਪਰ ਇਹਨਾਂ ਦੇ ਉੱਪਰ ਜਿਹੜੀਆਂ ਮਾਸਪੇਸ਼ੀਆਂ ਹਨ ਉਹਨਾਂ ਦੇ ਵਿੱਚ ਹੁਣ ਉਹ ਲਚਕ ਨਹੀਂ ਰਹਿ ਗਈ। ਜੇ ਲਚਕ ਨਹੀਂ ਰਹਿ ਗਈ ਤੇ ਇਹਦਾ ਮਤਲਬ ਕੀ ਹੋਏਗਾ? ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆਏਗੀ, ਕਿਸੇ ਨੂੰ ਪੈਰਾਂ ਤੇ ਸੋਜ ਦੀ ਪ੍ਰੋਬਲਮ ਆਏਗੀ। ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ, ਕਿਉਂਕਿ ਕਾਰ ਵਿਹਾਰ ਤਾਂ ਇਹ ਹੈ ਨਾ ਕਿ ਦਿਲ ਵੱਲੋਂ ਖੂਨ ਆਵੇ ਤੇ ਫਿਰ ਵਾਪਸੀ ਮਾਸਪੇਸ਼ੀਆਂ ਵੱਲੋਂ ਧੱਕਿਆ ਜਾਵੇ। ਜੇ ਇੱਕ ਸੜਕ ਦੇ ਉੱਤੇ 10 ਗੱਡੀਆਂ ਕਿਸੇ ਇੱਕ ਪਾਸੇ ਜਾ ਰਹੀਆਂ ਨੇ ਤੇ 8 ਆਉਣਗੀਆਂ ਤੇ ਤਾਂ ਹੀ ਠੀਕ ਆ। ਜੇ ਉਹ ਐਸਾ ਹੋਏਗਾ ਵੀ ਇੱਕ ਪਾਸਿਓਂ ਤੇ ਜਾਈ ਜਾਣ ਤੇ ਦੂਸਰੇ ਪਾਸਿਓਂ ਵਾਪਸ ਨਾ ਆਉਣ, ਤੇ ਫਿਰ ਕਿਸੇ ਨਾ ਕਿਸੇ ਥਾਂ ਤੇ ਕੋਈ ਬਲੌਕੇਜ ਹੋਏਗੀ, ਕੋਈ ਰੁਕਾਵਟ ਕਿਸੇ ਥਾਂ ਤੇ ਹੋਏਗੀ। ਇਸੇ ਤਰ੍ਹਾਂ ਹੀ ਇਹ ਮਾਸਪੇਸ਼ੀਆਂ ਦੇ ਕਰਕੇ ਹੀ ਹੈ ਕਿ ਉਹਨਾਂ ਦੀ ਲਚਕ ਖਤਮ ਹੋ ਜਾਂਦੀ ਹੈ ਉਮਰ ਦੇ ਨਾਲ, ਓਵਰ ਟਾਈਮ, ਤੇ ਉਹ ਬਾਹਰ ਉੱਪਰੋਂ ਮਾਸ ਵੀ ਖਤਮ ਹੋ ਜਾਂਦਾ, ਫੈਟ ਦੀ ਤਹਿ ਵੀ ਸਾਡੇ ਮਾਸਪੇਸ਼ੀਆਂ ਲੱਤਾਂ ਬਾਹਾਂ ਤੋਂ ਖਤਮ ਹੋ ਜਾਂਦੀ ਹੈ। ਤੇ ਜਿਹੜੀਆਂ ਚਮੜੀਆਂ ਜਿਹੜੀਆਂ ਹੈ ਨਾ, ਇੱਕ ਗੱਲ ਹੋਰ, ਆਰਟਰੀਜ਼ ਜਿਹੜੀਆਂ ਨੇ ਜਿਹਨੂੰ ਦਿਲ ਖੂਨ ਭੇਜਦਾ ਹੈਗਾ, ਉਹ ਡੀਪ ਮਸਲ ਦੇ ਵਿੱਚ ਹੁੰਦੀਆਂ ਨੇ। ਡੀਪ ਮਸਲ ਉਹਨਾਂ ਨੂੰ ਸਪੋਰਟ ਕਰ ਰਹੇ ਹੁੰਦੇ ਨੇ ਵੀ ਛੇਤੀ ਉਹਨਾਂ ਨੂੰ ਸੱਟ ਨਾ ਲੱਗੇ, ਕਿਉਂਕਿ ਹਾਰਟ ਵਾਲੇ ਪਾਸਿਓਂ ਆ ਰਹੀਆਂ ਨੇ। ਪਰ ਜਿਹੜੀਆਂ ਸੁਪਰਫਿਸ਼ੀਅਲ ਹੋ ਜਾਂਦੀਆਂ ਨੇ, ਉਹਨਾਂ ਨੀਲੀਆਂ ਇਹ ਵੇਨਸ ਹੁੰਦੀਆਂ ਨੇ, ਇਹ ਖੂਨ ਵਾਪਸ ਲੈ ਕੇ ਜਾ ਰਹੀਆਂ ਨੇ। ਪਰ ਜਦੋਂ ਇਹਨਾਂ ਦੀਆਂ ਮਾਸਪੇਸ਼ੀਆਂ ਜਿਹੜੀਆਂ ਨੇ
ਇਹ ਸਖਤ ਹੋ ਜਾਂਦੀਆਂ ਨੇ, ਉਹਨਾਂ 'ਚ ਉਹ ਲਚਕ ਨਹੀਂ ਰਹਿ ਜਾਂਦੀ, ਤੇ ਫਿਰ ਇਹ ਹਾਰਡ ਹੋਣੀਆਂ ਸ਼ੁਰੂ ਹੋ ਜਾਂਦੀਆਂ, ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੇ ਤੁਸੀਂ ਫੜੋ ਵੀ ਤੇ ਉੱਪਰੋਂ ਰੱਸੀ ਵਾਂਗ ਬਜ਼ੁਰਗਾਂ ਦੀਆਂ ਜਿਹੜੀਆਂ ਵੇਨਸ ਨੇ ਉਹ ਸਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਆਰਟਰੀਓਸਕਲੇਰੋਸਿਸ ਵਗੈਰਾ ਵਰਗੀਆਂ, ਔਰ ਹੋਰ ਬਹੁਤ ਤਰ੍ਹਾਂ ਦੇ ਪ੍ਰੋਬਲਮ ਜਿਹੜੀਆਂ ਪੈਰਾਂ 'ਚ ਸੋਜ ਹੋਣ ਵਾਲੀਆਂ, ਜਾਂ ਕਈ ਬਹੁਤੇ ਸਾਰੇ ਲੋਕ ਇਹ ਕੰਪਲੇਨ ਕਰਦੇ ਮੇਰੇ ਪੈਰਾਂ 'ਚੋਂ ਸੇਕ ਨਿਕਲਦਾ ਆ। ਜਾਂ ਤਾਂ ਆਮ ਤੌਰ 'ਤੇ ਉਹ ਡਾਇਬੈਟਿਕਸ ਲੋਕ ਹੁੰਦੇ ਨੇ, ਜਾਂ ਉਹ ਬਲੱਡ ਪ੍ਰੈਸ਼ਰ ਵਾਲੇ ਲੋਕ ਹੁੰਦੇ ਨੇ। ਪਰ ਜੇ ਕੁਛ ਵੀ ਨਾ ਹੋਣ, ਉਹ ਕਹਿੰਦੇ ਜੀ ਮੈਨੂੰ ਤਾਂ ਬਲੱਡ ਪ੍ਰੈਸ਼ਰ ਵੀ ਨਹੀਂ, ਤੇ ਮੈਨੂੰ ਤਾਂ ਸ਼ੂਗਰ ਵੀ ਨਹੀਂ, ਮੇਰੇ ਤਾਂ ਪੈਰਾਂ ਵਿੱਚੋਂ ਸੇਕ ਨਿਕਲਦਾ ਆ, ਮੈਂ ਤਾਂ ਪੂਰੀ ਆਪਣੀ ਸਰੀਰ ਵੀ ਐਕਟਿਵ ਰੱਖਿਆ ਹੋਇਆ। ਹੁੰਦਾ ਕੀ ਆ ਕਿ ਤੁਹਾਡੀਆਂ ਵੇਨਸ ਦੇ ਵਿੱਚ ਅੰਦਰ ਵਾਲਾ ਲਿਊਮਨ ਤਾਂ ਓਨਾ ਹੀ ਹੈ ਨਾ, ਤੇ ਉਹਦੇ ਵਿੱਚ ਜੇ ਚਰਬੀ ਚੜ੍ਹ ਗਈ, ਪਲੱਸ ਜੇ ਚਰਬੀ ਨਹੀਂ ਚੜੀ, ਤੇ ਓਵਰ ਟਾਈਮ ਉਮਰ ਦੇ ਹਿਸਾਬ ਤੇ ਆ ਕੇ ਬਾਹਰਲੇ ਪਾਸੇ ਜਿਹੜੀ ਮਾਸਪੇਸ਼ੀਆਂ ਇਹਨਾਂ ਨੂੰ ਸਪੋਰਟ ਕਰਦੀਆਂ ਨੇ ਲਚਕ ਫੈਲਣ ਵਾਸਤੇ, ਸੁੰਗੜਨ ਵਾਸਤੇ, ਫੈਲਣ ਵਾਸਤੇ, ਸੁੰਗੜਨ ਵਾਸਤੇ, ਉਹ ਲਚਕ ਖਤਮ ਹੋ ਗਈ ਹੈ। ਤੇ ਜੇ ਉਹ ਲਚਕ ਖਤਮ ਹੋ ਗਈ ਹੈ, ਤੇ ਕਿਉਂਕਿ ਹਾਰਟ ਵੱਲੋਂ ਜਿਹੜਾ ਆ ਰਿਹਾ ਬਲੱਡ ਆਰਟਰੀਆਂ ਦੇ ਵਿੱਚ, ਉਹ ਐਕਟਿਵ ਪ੍ਰੈਸ਼ਰ ਆ। ਹਾਰਟ ਹੋਰ ਮਸ਼ੀਨਰੀ ਨਹੀਂ ਚੱਲ ਰਿਹਾ ਹੈਗਾ, ਜਿਹਨੂੰ ਅਸੀਂ ਅੱਗੇ ਜਾ ਕੇ ਐਸੇ ਨੋਡ ਏਵੀ ਨੋਡ ਦੇ ਤੌਰ ਤੇ ਡਿਸਕਸ ਕਰਾਂਗੇ ਆਪਾਂ, ਪਰ ਉਹਦਾ ਇੱਕ ਐਕਟਿਵ ਕੰਮ ਹੈਗਾ, ਉਹਦੇ ਪਿੱਛੇ ਇੰਜਨ ਪੀਟਰ ਲੱਗਾ ਹੋਇਆ ਜਿਹੜਾ ਉਹਨੂੰ ਚਲਾਈ ਜਾ ਰਿਹਾ। ਪਰ ਜਦੋਂ ਵਾਪਸੀ ਖੂਨ ਆਉਂਦਾ ਆ, ਉਦੋਂ ਸਾਡੀ ਐਕਸਰਸਾਈਜ਼, ਸਾਡੇ ਮਾਸਪੇਸ਼ੀਆਂ ਦੀ ਕੰਟਰੈਕਸ਼ਨ ਦੇ ਕਰਕੇ ਹੀ ਬਲੱਡ ਵਾਪਸ ਆਉਂਦਾ ਆ। ਜਾਂ ਜਿਹੜਾ ਬੈਕਵਰਡ ਪ੍ਰੈਸ਼ਰ, ਇੱਕਦਮ ਕਿਸੇ ਚੀਜ਼ ਨੂੰ ਤੁਸੀਂ ਜ਼ੋਰ ਨਾਲ ਧੱਕ ਦਿਓ, ਤੇ ਜਦੋਂ ਅੱਗੋਂ ਕਿਸੇ ਥਾਂ ਨਾਲ ਟਕਰਾਊਗੀ, ਉੱਥੋਂ ਫਿਰ ਵਾਪਸ ਆਊਗੀ। ਸੋ ਅਲਟੀਮੇਟਲੀ ਆਰਟਰੀਓਲਸ ਆਖਰੀ ਐਂਡ ਹੈ, ਹਾਰਟ ਤੋਂ ਲੈ ਕੇ ਆਇਓਟਾ ਤੋਂ ਲੈ ਕੇ ਅੱਗੇ ਆਰਟਰੀਓਲਸ ਬਣ ਜਾਂਦੀਆਂ ਨੇ, ਵੇਨੀਓਲਸ ਬਣ ਜਾਂਦੀਆਂ ਨੇ, ਬਹੁਤ ਬਰੀਕ ਤਰ੍ਹਾਂ ਜਿਹੜੀਆਂ ਆਪਸ ਵਿੱਚ ਆ ਕੇ ਜੁੜਦੀਆਂ ਨੇ, ਰਤਵਾਲਾਂ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ। ਇੰਨੀਆਂ ਬਰੀਕ ਹੁੰਦੀਆਂ ਨੇ ਕਿ ਵਾਲ ਵਰਗੀਆਂ ਹੋ ਜਾਂਦੀਆਂ ਨੇ। ਉੱਥੇ ਜਾ ਕੇ ਇਹ ਸਾਡਾ ਐਕਸਚੇਂਜ ਹੁੰਦਾ ਹੈ, ਔਰ ਹੁੰਦਾ ਹੈ ਪ੍ਰੈਸ਼ਰ ਦੇ ਨਾਲ। ਤੇ ਜਦੋਂ ਹਾਰਟ ਵੱਲੋਂ ਤੇ ਪ੍ਰੈਸ਼ਰ ਆ ਰਿਹਾ ਹੈ, ਅਗਲੇ ਪਾਸੇ ਜਿਹੜਾ ਉਹ ਪ੍ਰੈਸ਼ਰ ਨਾਲ ਉਹਦੇ ਵਿੱਚ ਧੱਕ ਦਿੱਤੀ ਗਈ ਵੇਨ ਦੇ ਵਿੱਚ, ਉਸ ਵੇਨ ਨੂੰ ਸਪੋਰਟ ਕਰਨ ਵਾਲੇ ਮਸਲ ਇੰਨੇ ਨਹੀਂ ਹੈਗੇ ਕਿ ਇਹ ਖੂਨ ਨੂੰ ਵਾਪਸ ਭੇਜ ਸਕਣ। ਤਾਂ ਫਿਰ ਕੀ ਹੋਏਗਾ ਕਿ ਗਰਮ ਖੂਨ ਦਿਲ ਵੱਲੋਂ ਆਇਆ, ਜਿਹੜਾ ਖੁਰਾਕ ਵੀ ਲੈ ਕੇ ਆਇਆ ਸੀਗਾ, ਆਕਸੀਜਨ ਵੀ ਲੈ ਕੇ ਆਇਆ ਸੀ, ਤੇ ਗਰਮ ਹੋ ਗਿਆ, ਉਹ ਖੂਨ ਉਹਨਾਂ ਪੈਰਾਂ 'ਚ, ਉਹਨਾਂ ਲੋਅਰ ਥਾਵਾਂ ਤੇ ਰੁਕ ਜਾਏਗਾ। ਜਦੋਂ ਉਹ ਰੁਕ ਜਾਏਗਾ ਤੇ ਗਰਮ ਖੂਨ ਜ਼ਿਆਦਾ ਦੇਰ ਉੱਥੇ ਰੁਕੇਗਾ, ਤੇ ਆਟੋਮੈਟਿਕਲੀ ਸੇਕ ਨਿਕਲੇਗਾ। ਔਰ ਜੇ ਵਾਪਸੀ ਜਾਂਦਾ ਰਵੇ, ਜਿਵੇਂ ਪੁਸ਼ ਹੋਇਆ, ਜਿਵੇਂ ਵਾਪਸੀ ਉਵੇਂ ਜਾਂਦਾ ਰਵੇ, ਤੇ ਫਿਰ ਉੱਥੇ ਕੋਈ ਇਕੱਠ ਨਹੀਂ ਹੋਣਾ, ਫਿਰ ਉੱਥੇ ਕੋਈ ਗਰਮੀ ਨਹੀਂ ਹੋਣੀ। ਕਈ ਵੇਰਾਂ ਸਪਾਜ਼ਮੋਡਿਕ, ਚੀਮਾ ਸਾਹਿਬ, ਸਪਾਜ਼ਮੋਡਿਕ ਗੱਲਾਂ ਹੋ ਜਾਂਦੀਆਂ ਨੇ। ਸਪਾਜ਼ਮੋਡਿਕ ਕਹਿੰਦੇ ਦੌਰੇ ਨੂੰ, ਜਿਹਨੂੰ ਦੌਰੇ ਵਾਂਗੂ ਇਹਨਾਂ ਵੇਨਸ ਦੇ ਵਿੱਚ, ਇਹਨਾਂ ਮਾਸਪੇਸ਼ੀਆਂ ਦੇ ਵਿੱਚ ਕੰਟਰੈਕਸ਼ਨ ਵਗੈਰਾ ਹੋ ਸਕਦਾ ਹੈ। ਔਰ ਉਸ ਕੰਟਰੈਕਸ਼ਨ ਦੇ ਕਰਕੇ ਕਈ ਵੇਰਾਂ ਰਸ਼ ਆਫ ਬਲੱਡ ਟੂ ਹੈਡ ਹੁੰਦਾ ਆ, ਕਈ ਵੇਰਾਂ ਰਸ਼ ਆਫ ਬਲੱਡ ਟੂ ਫੁੱਟ ਹੁੰਦਾ ਆ। ਜਿਸ ਪਾਸੇ ਨੂੰ ਉਹ ਰਸ਼ ਆਫ ਬਲੱਡ ਹੋਏਗਾ, ਆਮ ਤੌਰ ਤੇ ਰੂਟੀਨ ਦਾ ਇਹ ਹੀ ਹੈ ਕਿ ਲਿਕੁਇਡ ਨੇ ਉੱਪਰ ਵਾਲੇ ਪਾਸੇ ਤੋਂ ਹੇਠਾਂ ਨੂੰ ਵਹਿਣਾ ਹੈ। ਪੈਰਾਂ ਵਿੱਚ ਹੀ ਜ਼ਿਆਦਾਤਰ ਇਹ ਗੱਲਾਂ ਹੁੰਦੀਆਂ ਨੇ ਵੀ ਮੈਨੂੰ ਪੈਰਾਂ 'ਚ ਸੇਕ ਨਿਕਲਦਾ ਜੀ, ਜਾਂ ਮੇਰੇ ਪੈਰਾਂ 'ਤੇ ਸੋਜ ਪੈ ਗਈ ਜੀ। ਇਹ ਡਿਸਟਲ ਪਾਰਟ ਅਸੀਂ ਗਿਣਦੇ ਹਾਂ ਸਰੀਰ ਦਾ, ਦੂਰ ਵਾਲਾ ਹਿੱਸਾ ਅਸੀਂ ਗਿਣਦੇ ਹਾਂ ਸਰੀਰ ਦਾ, ਔਰ ਇਹਦੇ ਵਿੱਚ ਆਮ ਤੌਰ 'ਤੇ ਇਹੋ ਜਿਹੀਆਂ ਕੰਡੀਸ਼ਨਾਂ ਹੁੰਦੀਆਂ ਨੇ। ਪਰ ਜੇ ਇਸ ਤੋਂ ਉਲਟ ਹੋਣੀ ਸ਼ੁਰੂ ਹੋ ਜਾਵੇ ਕਿ ਸਿਰ ਦੇ ਵਿੱਚ ਸੇਕ ਨਿਕਲਣਾ ਸ਼ੁਰੂ ਹੋ ਗਿਆ, ਜਿਹਦਾ ਮਤਲਬ ਕੀ ਹੋਇਆ ਕਿ ਸਿਰ ਦੇ ਵਿੱਚ ਜਿਹੜੀਆਂ ਸਾਡੀਆਂ ਆਹ ਕੈਰੋਟਿਡ ਆਰਟਰੀਜ਼ ਨੇ, ਆਹ ਗਰਦਨ ਦੇ ਵਿੱਚ ਤੁਸੀਂ ਵੇਖਦੇ ਹੋਣੇ ਨਾ, ਦੋਵੇਂ ਪਾਸੇ ਹੱਥ ਲਾ ਕੇ ਵੇਖੋ, ਜਬਾੜੇ ਦੇ ਬਿਲਕੁਲ ਹੇਠਾਂ, ਤੇ ਉੱਥੇ ਤੁਹਾਨੂੰ ਟਕ ਟਕ ਦਿਲ ਵਾਂਗੂ ਸੁਣਾਈ ਦਿੰਦੀ ਹੈ, ਦੋਵੇਂ ਪਾਸੇ ਹੀ। ਕੈਰੋਟਿਡ ਆਰਟਰੀਜ਼ ਨੇ, ਉਹ ਥੋੜੀਆਂ ਡੀਪ ਨੇ। ਕੈਰੋਟਿਡ ਵੇਨਸ ਨੇ, ਉਹ ਥੋੜੀਆਂ ਸੁਪਰਫਿਸ਼ੀਅਲ ਨੀਲੀਆਂ ਦਿਖਾਈ ਦਿੰਦੀਆਂ ਨੇ। ਮਤਲਬ ਕੀ ਹੋਇਆ ਕਿ ਉਸ ਪਾਸੇ ਕਿਸੇ ਥਾਂ ਤੇ ਕੋਈ ਬਲੌਕੇਜ ਹੋ ਗਈ, ਔਰ ਬਲੌਕੇਜ ਟੈਂਪਰੇਰੀ ਵੀ ਹੋ ਸਕਦੀ। ਯਾਰ ਬਹੁਤ ਸਾਰਾ ਸੋਚ ਲਿਆ, ਬਹੁਤ ਟੈਨਸ਼ਨ ਬਣ ਗਿਆ, ਬਹੁਤ ਨੁਕਸਾਨ ਹੋ ਗਿਆ, ਘਾਟਾ ਪੈ ਗਿਆ, ਉਹ ਮਨ 'ਚੋਂ ਗੱਲ ਨਿਕਲਦੀ ਨਹੀਂ ਲਾਸ ਵਾਲੀ, ਔਰ ਟੈਨਸ਼ਨ ਹੋ ਗਿਆ, ਐਂਗਜ਼ਾਇਟੀ ਹੋ ਗਈ। ਉਹਦੇ ਨਾਲ ਤੁਹਾਡਾ ਜਿਹੜਾ ਸਾਰਾ ਸਿਸਟਮ ਹੈ ਆਉਣ ਤੇ ਜਾਣ ਦਾ, ਆਵਾਜਾਈ ਦਾ ਤੇ ਵਾਪਸੀ ਖੂਨ ਭੇਜਣ ਦਾ, ਉਹ ਬ੍ਰੇਨ ਵਿੱਚ ਘਟ ਗਿਆ, ਰੁਕ ਗਿਆ, ਔਰ ਉਹਦੇ ਨਾਲ ਵੀ ਤੁਹਾਡੇ ਸਿਰ 'ਚੋਂ ਸੇਕ। ਤੁਸੀਂ ਵੇਖੋ ਜਿਹੜੇ ਐਂਗਜ਼ਾਇਟੀ ਵਾਲੇ ਲੋਕ ਨੇ, ਉਹਨਾਂ ਨੂੰ ਆਮ ਹੀ ਹੁੰਦਾ, ਕੱਪੜੇ ਲਾਹ ਦੇਣਗੇ, ਪੱਗ ਲਾਹ ਦੇਣਗੇ, ਸਿਰ 'ਚੋਂ ਸੇਕ ਨਿਕਲਦਾ ਹੈਗਾ। ਸੋ ਮਤਲਬ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਪਿੱਛੇ ਇੱਕ ਫਿਜ਼ੀਓਲੋਜੀਕਲ ਸਾਇੰਟੀਫਿਕ ਅਪਰੋਚ ਹੈਗੀ ਹੈ ਵੀ ਕਿਹੜੀ ਗੱਲ ਕਿਸ ਕਰਕੇ ਹੋ ਰਹੀ ਹੈ, ਉਸ ਨੂੰ ਸਾਨੂੰ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਹੈ। ਇਸ ਮਾਸਪੇਸ਼ੀਆਂ ਨੂੰ ਅਗਰ ਅਸੀਂ ਸਮਝ ਲਿਆ, ਅਲੱਗ ਅੰਗਾਂ ਦੇ ਵਿੱਚ, ਜੋੜਾਂ ਵਿੱਚ ਕਿਸ ਤਰ੍ਹਾਂ ਹੈਗੀ ਹੈ,
ਲੱਤਾਂ ਬਾਹਾਂ 'ਚ ਕਿਸ ਤਰ੍ਹਾਂ ਦੀ ਹੈਗੀ ਹੈ, ਵੇਨਸ ਆਰਟਰੀਜ਼ ਨੂੰ ਇਹ ਕਿਸ ਤਰ੍ਹਾਂ ਦੇ ਸਪੋਰਟ ਕਰਦੇ ਨੇ, ਉਹ ਸਰਕੂਲਰ ਫਾਈਬਰ ਨੇ ਔਰ ਬੜੇ ਉਹਦੇ 'ਚ ਇਲਾਸਟਿਸਿਟੀ ਜਿਵੇਂ ਸਪਰਿੰਗ ਹੁੰਦਾ ਹੈ, ਸਪਰਿੰਗ ਵਾਂਗੂ ਉਹਦੇ ਅੰਦਰ ਅੰਦਰ ਜਿਹੜੀਆਂ ਆਰਟਰੀ ਔਰ ਵੇਨਸ ਚੱਲਦੀਆਂ ਨੇ। ਸੋ ਇਸ ਤਰ੍ਹਾਂ ਕਰਕੇ ਇਹ ਸਾਰੀ ਤਰਤੀਬ ਹੈ ਇਹਨਾਂ ਦੀ, ਜਿਸ ਕਰਕੇ ਇਹਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਸੋ ਆਓ ਹੁਣ ਵੇਖਦੇ ਹਾਂ ਵੀ ਇੱਕ ਤਾਂ ਇਸ ਸਾਰੇ ਸਰੀਰ ਦੇ ਵਿੱਚ ਮੋਟੇ ਤੌਰ ਤੇ 600 ਮਸਲ ਹੈ, ਪਰ ਕੁਝ ਥਾਵਾਂ ਤੇ ਇੰਟਰਕਾਸਟਲ ਮਸਲ ਜਿਹਨੂੰ ਅਸੀਂ ਕਹਿੰਦੇ ਹਾਂ ਰਿਬਸ, ਜਿਹੜੀਆਂ ਪਸਲੀਆਂ ਦੇ ਵਿਚਕਾਰ ਵਾਲੇ ਜਿਹੜੇ ਮਸਲ ਨੇ ਉਹ ਕਈ ਗਿਣਦੇ ਨਹੀਂ। ਇਸੇ ਤਰ੍ਹਾਂ ਕਈ ਵਾਰ ਫਲੈਂਜਸ ਦੇ ਵਿੱਚ ਛੋਟੇ ਛੋਟੇ ਮਾਸਪੇਸ਼ੀਆਂ ਹੈਗੀਆਂ ਨੇ ਕਈ ਥਾਵਾਂ ਤੇ, ਉਹਨਾਂ ਨੂੰ ਉਹ ਗਿਣਦੇ ਨਹੀਂ। ਕਈ ਵਾਰਾਂ ਜਿਹੜੀਆਂ ਮਾਸਪੇਸ਼ੀ ਅਜੇ ਪੂਰੀ ਤਰ੍ਹਾਂ ਸਖਤੀ ਦੇ ਵਿੱਚ ਨਹੀਂ ਆਈ, ਉਸ ਨੂੰ ਅਸੀਂ ਕਹਿੰਦੇ ਹਾਂ ਕਾਰਟਿਲੇਜ। ਠੀਕ ਹੈ, ਜਿਵੇਂ ਹੱਡੀ ਬਣਦੀ ਹੈ ਤੇ ਹੱਡੀ ਦਾ ਪਹਿਲੀ ਕਾਰਟਿਲੇਜ ਦੀ ਉਹਦੀ ਕੰਡੀਸ਼ਨ ਹੁੰਦੀ ਹੈ, ਉਸ ਤੋਂ ਬਾਅਦ ਉਹ ਫਿਰ ਸਖਤ ਹੱਡੀ ਬਣਦੀ ਹੈ। ਤੇ ਜਿਹੜੀ ਉਹਦੀ ਇਨੀਸ਼ੀਅਲ ਸਟੇਜ ਹੈ ਸੌਫਟ ਮਾਸ ਹੈਗਾ ਆ, ਉਸ ਤਰ੍ਹਾਂ ਦੀ ਜਿਹੜੀ ਹੱਡੀ ਹੁੰਦੀ ਹੈ, ਉਹਦੇ ਕਰਕੇ ਵੀ ਇਹ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਆਉਂਦੀਆਂ ਨੇ ਵੀ ਸਾਡੀ ਗਿਣਤੀ 'ਚ ਫਰਕ ਪੈ ਜਾਂਦਾ। ਅਸੀਂ 600 ਤੋਂ 1000 ਤੱਕ ਪਹੁੰਚ ਜਾਂਦੇ ਹਾਂ ਕਿ ਕੁਝ ਕਹਿੰਦੇ ਨੇ 600 ਗਿਣਤੀ ਮਾਸਪੇਸ਼ੀਆਂ ਦੀ, ਕੁਝ ਕਹਿੰਦੇ ਨੇ 1000 ਹੈ ਗਿਣਤੀ ਮਾਸਪੇਸ਼ੀਆਂ ਦੀ। ਉਹਦਾ ਫਰਕ ਸਿਰਫ ਇਸ ਕਰਕੇ ਆ, ਜਿਵੇਂ ਆਪਾਂ ਰੀੜ੍ਹ ਦੀ ਹੱਡੀ ਦੀ ਗੱਲ ਕੀਤੀ ਸੀ ਤੇ ਕੁਝ ਲੋਕ ਕਹਿੰਦੇ ਨੇ ਵੀ ਨਹੀਂ ਇਹ 33 ਮਣਕਿਆਂ ਦੀ ਬਣੀ ਹੈ, ਕੁਝ ਕਹਿੰਦੇ ਨੇ ਜੀ ਇਹ 26 ਮਣਕਿਆਂ ਦੀ ਬਣੀ ਹੋਈ ਹੈ, ਕੁਝ ਕਹਿੰਦੇ ਨੇ ਸਰੀਰ ਦੇ ਵਿੱਚ 206 ਹੱਡੀਆਂ ਨੇ, ਕੁਝ ਕਹਿੰਦੇ ਨੇ 233 ਹੱਡੀਆਂ ਨੇ। ਸੋ ਮਤਲਬ ਕਈ ਹੱਡੀਆਂ ਨੂੰ ਉਹ ਜਿਹੜੇ ਜੁੜ ਗਈਆਂ ਨੇ ਉਹਨਾਂ ਨੇ ਇੱਕ ਚੀਜ਼ ਸਾਬਤ ਕਰ ਦਿੱਤੀ ਹੈ, ਉਹਨੂੰ ਉਹ ਇੱਕ ਗਿਣ ਲੈਂਦੇ ਨੇ, ਜਿਸ ਕਰਕੇ ਇਹ ਗਿਣਤੀ ਵਿੱਚ ਫਰਕ ਆ ਜਾਂਦਾ। ਪਰ ਹਾਂ, ਜਿਹੜੀਆਂ ਸਪੈਸੀਫਿਕ ਮੋਟੀਆਂ ਮਾਸਪੇਸ਼ੀਆਂ ਨੂੰ ਜਿਨ੍ਹਾਂ ਨੂੰ ਆਮ ਲੋਕ ਜਾਣਦੇ ਨੇ ਜਾਂ ਆਮ ਲੋਕਾਂ ਨੂੰ ਜਾਣਨ ਦੀ ਲੋੜ ਆ, ਉਹ ਇਹ ਆ ਕਿ ਹੈੱਡ ਤੇ ਨੈਕ ਜਿਹੜਾ ਹੈ ਸਾਡੀ ਧੌਣ ਨੂੰ ਕੰਟਰੋਲ ਕਰਨਾ, ਸਾਰੇ ਸਿਰ ਨੂੰ ਕੰਟਰੋਲ ਕਰਕੇ ਰੱਖਣਾ, ਇਹਦੇ ਵਾਸਤੇ ਅਲੱਗ-ਅਲੱਗ 20 ਮਾਸਪੇਸ਼ੀਆਂ ਹਨ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਅਪਰ ਐਕਸਟ੍ਰੀਮਿਟੀ ਜਿਵੇਂ ਸ਼ੋਲਡਰ ਹੈ, ਮੋਢਾ ਹੈ, ਮੋਢੇ ਨੂੰ ਪਿੱਛੋਂ ਵੀ ਆਉਂਦੀਆਂ ਨੇ, ਛਾਤੀ ਵੱਲੋਂ ਵੀ ਮਾਸਪੇਸ਼ੀਆਂ ਆਉਂਦੀਆਂ ਨੇ, ਬਾਂਹ ਵੱਲੋਂ ਵੀ ਮਾਸਪੇਸ਼ੀਆਂ ਆਉਂਦੀਆਂ ਨੇ, ਬਣਦੀਆਂ ਨੇ, ਤੇ ਇਹ ਵੀ ਟੋਟਲ 20 ਦੇ ਕਰੀਬ ਐਸੀਆਂ ਮਾਸਪੇਸ਼ੀਆਂ ਹਨ ਜਿਹੜੀਆਂ ਸਾਡੇ ਮੋਢੇ ਨੂੰ ਬਣਦੀਆਂ ਹਨ ਜਾਂ ਮੋਢੇ ਕੋਲੋਂ ਲੰਘ ਕੇ ਅੱਗੇ ਲੰਘਦੀਆਂ ਹਨ। ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਕਰਦੇ ਹਾਂ, ਉਹਨੂੰ ਕਹਿੰਦੇ ਜੀ ਅਪਰ ਐਕਸਟ੍ਰੀਮਿਟੀ ਦੀਆਂ ਹੱਡੀਆਂ ਨੇ। ਇਸੇ ਤਰ੍ਹਾਂ ਜਿਹੜੀ ਸਾਡੀ ਛਾਤੀ ਹੈ, ਸਾਹਮਣੇ ਸਾਡੇ ਛਾਤੀ ਦੇ ਵਿੱਚ ਸਾਹਮਣੇ 4 ਇੰਪੋਰਟੈਂਟ ਮਸਲ ਹਨ। ਕੁਝ ਇੰਟਰਕਾਸਟਲ ਮਸਲ ਹੈ, ਉਹਨਾਂ ਨੂੰ ਮੈਂ ਛੱਡ ਦਿੱਤਾ ਕਿਉਂਕਿ ਬਹੁਤ ਬਰੀਕ ਹੈ ਦੋਹਾਂ ਪਸਲੀਆਂ ਦੇ ਵਿਚਕਾਰ, ਔਰ ਪਸਲੀਆਂ 12 ਉੱਧਰ 12 ਉੱਧਰ, ਔਰ ਉਹਨਾਂ ਦੇ ਵਿਚਕਾਰ ਕਿੰਨੀ ਕੀ ਮਾਸਪੇਸ਼ੀ ਹੋਏਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਉਹ ਬਰੀਕ ਮਾਸਪੇਸ਼ੀਆਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇੰਟਰਕਾਸਟਲ ਮਸਲਸ। ਔਰ ਇੰਟਰਕਾਸਟਲ ਆਮ ਤੌਰ ਤੇ ਜਿਹੜੇ ਤੁਹਾਡੀ ਮੇਰੀ ਉਮਰ ਦੇ ਨੇ ਚੀਮਾ ਸਾਹਿਬ, ਉਹਨਾਂ ਨੂੰ ਆਮ ਤੌਰ ਤੇ ਛਾਤੀ 'ਚ ਦਰਦ ਹੁੰਦਾ ਹੈ, ਡਾਕਟਰ ਕੋਲੇ ਜਾਂਦੇ ਨੇ, ਡਾਕਟਰ ਨੂੰ ਵਿਖਾਉਣ ਕਹਿੰਦਾ ਯਾਰ ਤੇਰਾ ਦਿਲ ਤਾਂ ਠੀਕ ਕੰਮ ਕਰਦਾ, ਮੈਂ ECG ਕਰ ਲਿਆ, ਤਾਂ ਸਾਰੇ ਟੈਸਟ ਕਰ ਲਿਆ, ਦਿਲ ਵਾਲੀ ਤਾਂ ਤੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਤਾਂ ਫਿਰ ਉਹਨੂੰ ਉਹਦਾ ਦੀ ਮੈਡੀਕਲ ਟਰਮ ਹੈਗੀ ਕੌਂਡਰੋਕੌਂਟਰਾਈਟਿਸ। ਕੌਂਡਰਾ ਕਹਿੰਦੇ ਰਿਬਸ ਨੂੰ, ਹਾਂਜੀ। ਉਹ ਕਿਤੇ ਲਫ਼ਜ਼ ਜ਼ਬਰਦਸਤੀ ਅੰਗਰੇਜ਼ੀ ਵਾਲੇ ਨਿਕਲ ਆਉਂਦੇ ਮੂੰਹ ਦੇ ਵਿੱਚ। ਫਿਰ ਆਪਾਂ ਜਿੱਥੋਂ ਤੱਕ ਹੋ ਸਕੇ ਅਸੀਂ ਉਹਦੀ ਪੰਜਾਬੀ ਕਰਕੇ ਦੱਸਾਂਗੇ ਵੀ ਸਾਡੀਆਂ ਪਸਲੀਆਂ ਦੇ ਵਿਚਕਾਰ, ਔਰ ਜਿਹੜਾ ਪਸਲੀਆਂ ਦਾ ਜੋੜ ਹੈਗਾ ਹੈ ਸਾਡੀ ਸਾਹਮਣੇ ਦੀ ਹੱਡੀ ਨਾਲ, ਸਟਰਨਮ ਇਹਨੂੰ ਅਸੀਂ ਕਹਿੰਦੇ ਹਾਂ, ਸਾਹਮਣੇ ਦੀ ਹੱਡੀ ਨਾਲ ਜਿੱਥੇ ਦੋਵੇਂ ਪਾਸੇ ਦੀਆਂ ਪਸਲੀਆਂ ਆ ਕੇ ਜੁੜਦੀਆਂ ਨੇ, ਔਰ ਇਹਨਾਂ ਦਾ ਪਸਲੀਆਂ ਦੇ ਨਾਲ ਜਿਹੜਾ ਜੋੜ ਹੈ, ਉਸ ਜੋੜ ਦੇ ਵਿੱਚ ਵੀ ਇਹ ਮਾਸਪੇਸ਼ੀਆਂ ਕੰਮ ਕਰਦੀਆਂ ਨੇ ਬੰਨਣ ਦਾ, ਕਿਉਂਕਿ ਇਹਨੇ ਵੀ ਲਗਾਤਾਰ ਫੈਲਣਾ, ਲਗਾਤਾਰ ਫੈਲਣਾ ਸੁੰਗੜਨਾ। ਇਹ ਮਾਸਪੇਸ਼ੀਆਂ ਵੀ ਕਾਫੀ ਸਟਰੋਂਗ ਹੁੰਦੀਆਂ ਨੇ, ਔਰ ਇਹਨਾਂ ਦੀ ਲਚਕ ਖਤਮ ਜਦੋਂ ਹੁੰਦੀ ਹੈ ਸਾਡੀ ਉਮਰ ਦੇ ਮੁਤਾਬਕ 70-72 ਦੇ ਸਾਲ ਦੇ ਮੁਤਾਬਕ, ਜੇ ਲਚਕ ਖਤਮ ਹੋ ਗਈ ਤੇ ਉਸ ਵੇਲੇ ਉਸ ਬੰਦੇ ਨੂੰ ਦਰਦਾਂ ਹੀ ਹੋਈ ਜਾਂਦੀਆਂ ਨੇ। ਯਾਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਭਾਰ ਨਹੀਂ ਚੁੱਕਿਆ, ਕੋਈ ਕੁਛ ਨਹੀਂ, ਹਾਂਜੀ। ਡਾਕਟਰ ਕਹਿੰਦੇ ਨੇ ਤੇਰਾ ਸਾਰਾ ਕੁਝ ਠੀਕ ਹੈ, ਡਾਕਟਰ ਕਹਿੰਦੇ ਤੇਰੇ ਫੇਫੜੇ ਵੀ ਠੀਕ ਹੈ, ਕਿਉਂਕਿ ਉਹਨਾਂ ਦੀ ਕਪੈਸਿਟੀ ਤਾਂ ਘੱਟ ਜਾਂਦੀ। ਸਾਨੂੰ ਹੀ ਲੋਕਾਂ ਨੂੰ ਪਤਾ ਹੁੰਦਾ ਆ ਕਿ ਲੰਗਸ ਦੇ, ਜਦੋਂ ਲੰਗਸ ਆਊਗਾ ਮੈਂ ਸਾਰੀ ਗੱਲ ਦੱਸਾਂਗਾ, ਇਹ ਪਤਾ ਹੁੰਦਾ ਸਾਨੂੰ ਕਿ ਇੱਕ ਫੇਫੜਿਆਂ ਦੀ ਮੈਕਸੀਮਮ ਹਵਾ ਲੈਣ ਦੀ ਕਪੈਸਿਟੀ ਕੀ ਹੈ, ਉਹਦਾ ਟਾਈਡਲ ਵਾਲੀਅਮ ਕੀ ਹੈ, ਉਹਦਾ ਰੈਜ਼ੀਡੂਅਲ ਵਾਲੀਅਮ ਕੀ ਹੈ। ਇਹ ਸਾਰੀਆਂ ਗੱਲਾਂ ਸਾਨੂੰ ਪਤਾ ਹੁੰਦੀ, ਜਿਹੜੀਆਂ ਮੈਂ ਟਾਈਮ ਤੇ ਆ ਕੇ ਉੱਥੇ ਦੱਸਣੀਆਂ ਨੇ। ਪਰ ਉਹ ਤਾਂ ਸਾਰਾ ਕੁਝ ਉਮਰ ਦੇ ਮੁਤਾਬਕ ਜਿੰਨਾ ਕੁ ਘਟ ਗਿਆ ਉਹਨਾਂ ਘਟ ਰਿਹਾ ਹੈ ਤੇ ਚੱਲ ਰਿਹਾ ਆ। ਜਿੰਨੀ ਕਿ ਸਾਨੂੰ ਐਕਸਰਸਾਈਜ਼ ਸਾਹ ਦੀ ਲੋੜ ਹੈ ਉਸ ਉਮਰ ਦੇ ਵਿੱਚ ਚੱਲ ਰਹੀ ਹੈ, ਬਾਵਜੂਦ ਇਸ ਦੇ ਵੀ ਉਹਦੇ ਵਿੱਚ ਦਰਦ ਹੈ।
ਤੁਸੀਂ ਕੋਈ ਭਾਰਾ ਕੰਮ ਨਹੀਂ ਕਰ ਰਹੇ, ਕੁਝ ਐਸਾ ਨਹੀਂ ਕਰ ਰਹੇ, ਤੇ ਉਹ ਇਸ ਕਰਕੇ ਹੋ ਜਾਂਦਾ ਆ ਵੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਮਾਸਪੇਸ਼ੀਆਂ ਪਸਲੀਆਂ ਦੇ ਵਿਚਕਾਰ ਲੱਗੀਆਂ ਨੇ ਤੇ ਪਸਲੀਆਂ ਤੇ ਸਟਰਨਮ ਨੂੰ ਆਪਸ ਵਿੱਚ ਬਣਦੀਆਂ ਨੇ, ਉਹਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵੇਰਾਂ ਬਿਨਾਂ ਮਤਲਬ ਤੋਂ, ਬਿਨਾਂ ਕਾਰਨ ਤੋਂ, ਕੋਈ ਭਾਰ ਨਹੀਂ ਚੁੱਕਿਆ, ਕੋਈ ਕੁਛ ਨਹੀਂ ਹੋਇਆ, ਬੈਕ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਹੈ। ਔਰ ਜਦੋਂ ਛਾਤੀ ਦੇ ਨੇੜੇ ਦਰਦ ਹੁੰਦੀ ਹੈ, ਡਾਕਟਰਾਂ ਨੂੰ ਪਹਿਲਾ ਸ਼ੰਕਾ ਹੁੰਦਾ, ਯਾਰ ਕਿਤੇ ਦਿਲ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋ ਗਈ ਇਹਨੂੰ। ਉਹ ਦਿਲ ਵਾਲੇ ਪਾਸੇ ਭੱਜਦੇ ਆ, ਤੇ ਪਰ ਜਦੋਂ ਦਿਲ ਦੇ ਸਾਰੇ ਟੈਸਟ ਹੋ ਜਾਂਦੇ ਨੇ, ਵਿਚਾਰਾ ਬਥੇਰਾ ਰੋਲ ਲੈਂਦਾ ਹੈ, ਤੇ ਉਧਰ ਬੰਦਾ ਯਾਰ ਇਹਦੇ 'ਚ ਤਾਂ ਕੋਈ ਗੱਲ ਨਹੀਂ ਬਣੀ। ਤੇ ਅਸਲ ਗੱਲ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਕੌਂਡਰੋਕੌਂਟਰਾਈਟਿਸ ਹੁੰਦਾ ਹੈ। ਰੀੜ੍ਹ ਦੀ ਹੱਡੀ ਦੇ ਨਾਲ ਜਦੋਂ ਪਸਲੀਆਂ ਜੁੜਦੀਆਂ ਨੇ, ਉਹਨਾਂ ਜੋੜਾਂ ਵਿੱਚ ਦਰਦ ਹੁੰਦਾ ਹੈ, ਜਾਂ ਸਾਹਮਣੇ ਪਾਸੇ ਜਿਹੜੀ ਸਾਡੀ ਸਟਰਨਮ ਦੀ ਹੱਡੀ ਜਿਹੜੀ ਹੈ ਸਾਹਮਣੇ ਦੀ, ਇਹਦੇ ਨਾਲ ਜਦੋਂ ਪਸਲੀਆਂ ਜੁੜਦੀਆਂ ਨੇ, ਉਹਨਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਉਹ ਆਮ ਲੋਕ ਇਹਨਾਂ ਮਾਸਪੇਸ਼ੀਆਂ ਦੇ ਕਰਕੇ ਹੁੰਦਾ। ਸਾਡਾ ਅੱਜ ਚੈਪਟਰ ਮਾਸਪੇਸ਼ੀਆਂ ਦਾ ਹੈ। ਉਸ ਤੋਂ ਬਾਅਦ ਜਿਹੜੀਆਂ ਚੈਸਟ ਦੇ ਵਿੱਚ 4 ਮਾਸਪੇਸ਼ੀਆਂ ਸੀ, ਕਿੰਨੀਆਂ ਬੜੀਆਂ ਇੰਪੋਰਟੈਂਟ ਮਾਸਪੇਸ਼ੀਆਂ ਨੇ, ਉਹਨੂੰ ਅਸੀਂ ਕਹਿੰਦੇ ਹਾਂ ਪੈਕਟੋਰਾਲਿਸ ਮੇਜਰ, ਪੈਕਟੋਰਾਲਿਸ ਮਾਈਨਰ, ਸਰਾਈਟਸ ਇੰਟੀਰੀਅਸ ਤੇ ਸਬ ਸਕੈਪੂਲਰਿਸ। 2 ਮਾਸਪੇਸ਼ੀਆਂ ਜਿਹੜੀਆਂ ਨੇ, ਸਰਾਈਟਸ ਇੰਟੀਰੀਅਸ ਔਰ ਜਿਹੜੀਆਂ ਸਬ ਸਕੈਪੂਲਰਿਸ, ਸਾਡੇ ਪਿਛਲੇ ਪਾਸੇ ਸ਼ੋਲਡਰ ਦੇ ਬੈਕ ਸਾਈਡ ਤੇ ਨਾ ਸ਼ੋਲਡਰ ਬਲੇਡ ਅਸੀਂ ਉਹਨੂੰ ਕਹਿੰਦੇ ਹਾਂ, ਜਿਹੜੀ ਸਕੈਪੂਲਾ ਦੀ ਹੱਡੀ ਹੈ, ਉਹਦੇ ਨਾਲ ਲੱਗ ਕੇ ਉਹਨੂੰ ਉੱਥੇ ਬੰਨ੍ਹਦੀਆਂ ਨੇ ਛਾਤੀ ਦੇ ਨਾਲ, ਵੀ ਛਾਤੀ ਤੋਂ ਪਾਸੇ ਨਾ ਹਟ ਜਾਵੇ, ਦੀ ਸਪੋਰਟ ਕਰਦੀ ਰਵੇ, ਉਹਨੂੰ ਬੰਨ੍ਹ ਕੇ ਤੇ ਫਿਰ ਅੱਗੇ ਆ ਕੇ ਸਟਰਨਮ ਦੇ ਨਾਲ ਜਿਹੜੀ ਆ ਸਾਡੀ ਸਾਹਮਣੇ ਦੀ ਹੱਡੀ ਆ, ਇਹਦੇ ਨਾਲ ਆ ਕੇ ਲੱਗਦੀਆਂ ਨੇ, ਤਾਂ ਕਿ ਜੇ ਕਿਸੇ ਦੀ ਬ੍ਰੈਸਟ ਭਾਰੀ ਹੋ ਜਾਵੇ ਜਾਂ ਜੇ ਬਾਹਰੋਂ ਕੋਈ ਛਾਤੀ ਤੇ ਸੱਟ ਲੱਗ ਜਾਵੇ, ਉਹਦਾ ਭਾਰ ਹੇਠਾਂ ਦਿਲ ਦੇ ਉੱਪਰ ਜਾਂ ਫੇਫੜਿਆਂ ਤੇ ਨਾ ਪਵੇ, ਇਹ ਉੱਥੋਂ ਤੱਕ ਰੋਕਿਆ ਰਵੇ। ਇਸ ਕਰਕੇ 4 ਮਸਲ ਕੇਵਲ ਸਾਡੀ ਛਾਤੀ ਦੇ ਵਿੱਚ ਹੀ ਹਨ। ਪੈਕਟੋਰਾਲਿਸ ਮੇਜਰ, ਪੈਕਟੋਰਲ ਏਰੀਆ ਨੂੰ ਕਹਿੰਦੇ ਆ, ਤਾਂ ਕਰਕੇ ਉਹਦਾ ਨਾਮ ਪੈਕਟੋਰਲ ਪੈ ਗਿਆ। ਪੈਕਟੋਰਾਲਿਸ ਮੇਜਰ ਵੱਡਾ ਯਾਨੀ, ਤੇ ਪੈਕਟੋਰਾਲਿਸ ਮਾਈਨਰ ਛੋਟਾ। ਇਹ 2 ਮਾਸਪੇਸ਼ੀਆਂ ਹਨ ਜਿਹੜੀਆਂ ਇੱਕ ਦੂਜੇ ਨੂੰ ਕਵਰ ਕਰਦੀਆਂ ਨੇ। ਔਰ ਇਹਨਾਂ ਦੇ ਹੇਠਾਂ ਜਿਹੜੀ ਇੱਕ ਸਰਾਈਟਸ ਇੰਟੀਰੀਅਰ, ਉਹ ਸਾਹਮਣੇ ਤੋਂ ਚੱਲ ਕੇ ਪਿਛਲੇ ਪਾਸੇ ਜਾਂਦੀ ਹੈ, ਔਰ ਸਬ ਸਕੈਪੂਲਰਸ ਜਿਹੜੀ ਹੈ ਉਹ ਪਿਛਲੇ ਤੋਂ ਪਾਸੇ ਚੱਲ ਕੇ ਤੇ ਸਾਹਮਣੇ ਬਣਨ ਦੀ, ਭਾਵ ਹਰ ਪਾਸਿਓਂ ਛਾਤੀ ਨੂੰ ਬੰਨਿਆ ਹੋਇਆ ਆ, ਤਾਂ ਕਿ ਛਾਤੀ ਦੀਆਂ ਪਸਲੀਆਂ ਨੂੰ ਕਿਤੇ ਕੋਈ ਐਸੀ ਖਰਾਬੀ ਨਾ ਹੋਵੇ, ਇਹਨਾਂ ਨੂੰ ਸਪੋਰਟ ਮਿਲਦੀ ਰਹੇ। ਸੋ ਇਹ ਜਿਹੜੀਆਂ ਮਾਸਪੇਸ਼ੀਆਂ ਨੇ। ਉਸ ਤੋਂ ਬਾਅਦ ਹੇਠਾਂ ਜਿਹੜਾ ਐਬਡੋਮਨ ਹੈ ਸਾਡਾ, ਪੇਟ ਹੈ ਸਾਡਾ, ਇਹਨੂੰ ਬੰਨਣ ਵਾਸਤੇ 10 ਮਾਸਪੇਸ਼ੀਆਂ ਹਨ। ਪਰ ਜਿਹੜੀਆਂ ਬਹੁਤੀਆਂ ਇੰਪੋਰਟੈਂਟ ਅਸੀਂ ਆਮ ਤੌਰ ਤੇ ਗਿਣਦੇ ਹਾਂ, ਉਹਦੇ ਵਿੱਚ ਰੈਕਟਸ ਐਬਡੋਮੀਨਸ ਹੈ, ਜਿਹੜਾ ਸਾਡੀਆਂ ਪਸਲੀਆਂ ਜਿੱਥੇ ਆਪਸ ਸਾਹਮਣੇ ਜੁੜਦੀਆਂ ਨੇ ਨਾ, ਸਾਹਮਣੇ ਆ ਕੇ ਤੇ ਇੱਕ ਗੈਪ ਜਿਹਾ ਬਣ ਜਾਂਦਾ, ਟੋਇਆ ਜਿਹਾ ਪੈ ਜਾਂਦਾ ਹੈਗਾ, ਜ਼ੀਫੋਇਡ ਸਟਰਨਮ ਅਸੀਂ ਉਹਨੂੰ ਕਹਿੰਦੇ ਹਾਂ, ਜ਼ੀਫੋਇਡ ਪ੍ਰੋਸੈਸ। ਉਸ ਥਾਂ ਤੋਂ ਦੋਨਾਂ ਸਾਈਡਾਂ ਤੋਂ ਇਹਦੇ ਧਾਗੇ ਨਿਕਲਦੇ ਆ ਤੇ ਹੇਠਾਂ ਵੱਲ ਜਾਂਦੇ ਆ। ਹੇਠਾਂ ਵੱਲ ਜਿਹੜੀ ਸਾਡੀ ਹੱਡੀ ਹੈ ਪੈਲਵਿਕਸ ਦੇ ਬੋਨ ਦੀ, ਉਹਨੂੰ ਅਸੀਂ ਸਿੰਫਾਈਸਿਸ ਪਿਊਬਸ ਕਹਿੰਦੇ ਹਾਂ, ਉਹਦੇ ਨਾਲ ਆ ਕੇ ਜੁੜਦੀਆਂ ਨੇ, ਭਾਵ ਸਾਹਮਣੇ ਤੋਂ ਇੱਕਦਮ ਰੱਸੀ ਨੇ ਬੰਨ੍ਹ ਦਿੱਤਾ ਕਿ ਇਹ ਰੈਕਟਸ ਐਬਡੋਮੀਨਸ ਮਸਲ ਹੁੰਦਾ ਆ। ਇਸੇ ਤਰ੍ਹਾਂ ਹੀ ਟਰਾਂਸਵਰਸ ਐਬਡੋਮੀਨਸ ਹੁੰਦਾ, ਜਿਹੜਾ ਸੱਜੇ ਤੋਂ ਖੱਬੇ ਪਾਸੇ ਨੂੰ ਜਾ ਕੇ ਪਿੱਛੇ ਇੱਕ ਪਾਸੇ ਰੀੜ੍ਹ ਦੀ ਹੱਡੀ ਤੋਂ ਚੱਲਿਆ, ਦੂਜੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਜਾ ਕੇ ਉਹਨੇ ਵੱਜਣਾ ਆ, ਤਾਂ ਕਿ ਪੇਟ ਨੂੰ ਪੂਰੀ ਤਰ੍ਹਾਂ ਕਸ ਮਿਲ ਜਾਵੇ। ਔਰ ਇਹ ਜਿਹੜੇ ਟਰਾਂਸਵਰਸ ਐਬਡੋਮੀਨਸ ਹੈ ਨਾ, ਇਹ 2 ਤਰ੍ਹਾਂ ਹੈ। ਇਹਦੇ ਵਿਚਕਾਰ ਇੱਕ ਹੋਰ ਮਸਲ ਹੈਗਾ ਹੈ, ਉਹਨੂੰ ਕਹਿੰਦੇ ਇੰਟਰਨਲ ਓਬਲਿਕ ਮਸਲ, ਟੇਢਾ, ਜਿਵੇਂ ਟੇਢੇ ਤੌਰ ਤੇ ਚੱਲਦਾ ਚੰਦ ਵਾਂਗੂ, ਐ ਘੁਮਾ ਕਰਕੇ ਹੇਠਾਂ ਤੋਂ ਉੱਪਰ ਤੱਕ ਆਰਚ ਬਣਾ ਕੇ ਨਾ, ਤੇ ਉਹ ਸਾਰੇ ਪੇਟ ਨੂੰ ਕਵਰ ਕਰਦਾ, ਤਾਂ ਕਿ ਕੋਈ ਜਿਵੇਂ ਖੁੱਦੋ ਨਹੀਂ ਮਿਟਦੇ ਹੁੰਦੇ ਸੀ ਆਪਣੇ ਛੋਟੇ ਹੁੰਦਿਆਂ, ਖੁੱਦੋ ਖੁੰਡੀ ਖੇਡੀਦੀ ਸੀ, ਤੇ ਉਹਦੀਆਂ ਪਿੜੀਆਂ ਪਾਈਆਂ ਜਾਂਦੀਆਂ ਸੀ ਧਾਗਿਆਂ ਨਾਲ, ਪਰ ਵਿੱਚ ਫਿਰ ਵੀ ਕੁਝ ਵਿੱਥ ਰਹਿ ਜਾਂਦੀ ਸੀ। ਰੱਬ ਨੇ ਇੰਨਾ ਉਪਰਾਲਾ ਕੀਤਾ ਵੀ 5 ਤਾਂ ਇਹ ਮਸਲ ਲਾ ਦਿੱਤੇ, ਰੈਕਟਸ ਐਬਡੋਮੀਨਸ ਹੈ, ਟਰਾਂਸਵਰਸ ਐਬਡੋਮੀਨਸ ਹੈ, ਐਕਸਟਰਨਲ ਓਬਲਿਕ ਹੋ ਗਿਆ, ਔਰ ਫਿਰ ਇੰਟਰਨਲ ਓਬਲਿਕ ਹੋ ਗਿਆ। ਦੋਵੇਂ ਤਰ੍ਹਾਂ ਦੇ ਟੇਢੇ, ਹੇਠਲੇ ਮਸਲ ਤੇ ਉਤਲੇ ਮਸਲ ਟੇਢੇ, ਔਰ ਸਾਹਮਣੇ ਦਾ ਰੈਕਟਸ ਐਬਡੋਮੀਨਸ ਤੇ ਇੱਕ ਟਰਾਂਸਵਰਸ ਐਬਡੋਮੀਨਸ। ਇਹ 5 ਜਿਹੜੇ ਮੋਟੇ ਮਸਲ ਸਾਨੂੰ ਤਾਂ ਦਿਖਾਈ ਦਿੰਦੇ ਨੇ, ਇਹਨਾਂ ਨੂੰ ਅਸੀਂ ਵੇਖ ਸਕਦੇ ਹਾਂ। ਪਰ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਮਸਲ ਹੈਗਾ ਪਿਰਾਮਿਡ, ਇੱਕ ਹੈਗਾ ਕੁਆਡਰੇਟਸ ਲੰਬਰਮ, ਇੱਕ ਹੈਗਾ ਹਿੱਪ ਵਾਲੇ ਪਾਸੇ ਨੂੰ ਜਾਂਦਾ ਸਾਡੇ, ਜਿੱਥੇ ਅਸੀਂ ਨਾਲਾ ਬੰਨ੍ਹਦੇ ਹਾਂ ਬੈਕ ਸਾਈਡ ਤੇ, ਸੋਅਸ ਮੇਜਰ ਤੇ ਸੋਅਸ ਮਾਈਨਰ, ਛੋਟੇ ਛੋਟੇ ਮਸਲ ਨੇ। ਆਮ ਤੌਰ ਤੇ ਕਈ ਵਾਰਾਂ ਜੇ ਡਾਕਟਰ ਕੋਈ ਗਲਤ ਟੀਕਾ ਲਾ ਦੇ, ਕੋਈ ਬੀਬੀ ਕੋਈ ਗਲਤ ਟੀਕਾ ਲਾ ਦੇਵੇ, ਤੇ ਕਈ ਵਾਰਾਂ ਸੋਅਸ ਐਬਸਸ ਹੋ ਜਾਂਦਾ ਆ, ਚੂਕਣੇ ਦੇ ਵਿੱਚ ਜਾ ਕੇ ਉਹ ਪੱਕ ਜਾਂਦਾ ਹੈਗਾ।
ਉਹ ਬੇਸਿਕਲੀ ਸੋਅਸ ਮੇਜਰ ਮਾਸਪੇਸ਼ੀ ਦੇ ਵਿੱਚ ਲੱਗਣ ਦੇ ਕਰਕੇ ਉੱਥੋਂ ਸਾਡੀ ਇੱਕ ਨਰਵ ਲੰਘਦੀ ਹੈ, ਜਿਸ ਕਰਕੇ ਉਹ ਪੈਂਚਰ ਨਾ ਹੋ ਜਾਵੇ। ਉਹਦਾ ਇਹ ਸਪੈਸੀਫਿਕ ਥਾਂ ਬਣੀ ਹੋਈ ਹੈ ਜਿਹੜੀ ਅਸੀਂ ਡਾਕਟਰ ਲੋਕ ਨਾਪ ਕੇ ਸਭ ਤੋਂ ਉੱਚੀ ਹੱਡੀ ਤੋਂ ਨਾਪ ਕੇ ਤੇ ਫਿਰ ਟੀਕਾ ਲਾਉਣੇ ਵੀ ਇਸ ਥਾਂ ਤੇ ਲੱਗ ਸਕਦਾ, ਇੱਥੇ ਠੀਕ ਹੈਗਾ ਜੀ। ਔਰ ਇਸੇ ਤਰ੍ਹਾਂ ਇਲੀਓਸੋਅਸ, ਇਹ ਛੋਟੀਆਂ ਛੋਟੀਆਂ ਮਾਸਪੇਸ਼ੀਆਂ ਹੋਰ ਹੈਗੀਆਂ ਨੇ, ਪਰ ਅਸਲ ਮਾਸਪੇਸ਼ੀਆਂ ਐਬਡੋਮਨ ਦੀਆਂ ਜਿਹੜੀਆਂ ਨੇ ਉਹ 5 ਹੀ ਹਨ। ਸੋ ਕਹਿਣ ਤੋਂ ਭਾਵ 20 ਹੋ ਗਈਆਂ ਹੈੱਡ ਦੀਆਂ ਤੇ 20 ਹੋ ਗਈਆਂ ਅਪਰ ਐਕਸਟ੍ਰੀਮਿਟੀ ਦੀਆਂ, ਔਰ ਇਸੇ ਤਰ੍ਹਾਂ ਚੈਸਟ ਦੀਆਂ ਹੋ ਗਈਆਂ 4, ਔਰ 10 ਹੋ ਗਈਆਂ ਐਬਡੋਮਨ ਦੀਆਂ, ਔਰ ਲੋਅਰ ਐਕਸਟ੍ਰੀਮਿਟੀ ਦੀਆਂ 40 ਹਨ। ਚੂਕਣੇ ਤੋਂ ਲੈ ਕੇ, ਕਿਉਂਕਿ ਆਪਣਾ ਸਮਾਂ ਸਮਾਪਤ ਹੋ ਰਿਹਾ, ਮੈਂ ਇਸ ਕਰਕੇ ਇਸ ਨੂੰ ਸਮਾਂ ਪਕੜਨ ਲਿਆ ਕਿ ਚੂਕਣੇ ਸਾਡੇ ਤੋਂ ਲੈ ਕੇ ਹੇਠਾਂ ਪੈਰਾਂ ਦੀਆਂ ਉਂਗਲਾਂ ਤੱਕ ਮੋਟੀਆਂ ਮੋਟੀਆਂ ਗਿਣਤੀ ਵਾਲੀਆਂ ਮਾਸਪੇਸ਼ੀਆਂ 40 ਅਸੀਂ ਗਿਣਦੇ ਹਾਂ, ਠੀਕ ਹੈ ਜੀ। ਸੋ ਇਹ ਇੰਨੀਆਂ ਕੁ ਮਾਸਪੇਸ਼ੀਆਂ ਹਨ ਜਿਹੜੀਆਂ ਮੋਟੇ ਤੌਰ 'ਤੇ ਅਸੀਂ ਆਮ ਤੌਰ 'ਤੇ ਜਾਣਨੀਆਂ ਸਾਰਿਆਂ ਦਾ ਕੰਮ ਹੈ, ਕਿਉਂਕਿ ਇੰਟਰਨਲ ਜਿਵੇਂ ਜੀਭ ਹੈ, ਜੀਭ ਵੀ ਤੇ ਇੱਕ ਮਾਸਪੇਸ਼ੀ ਹੈ। ਇਸ ਤਰ੍ਹਾਂ ਦੀ ਉਵਲਾ ਹੈ, ਕਾਂ ਹੈ ਤੁਹਾਡਾ ਅੰਦਰ ਲੱਗਾ, ਉਹ ਵੀ ਇੱਕ ਮਾਸਪੇਸ਼ੀ ਹੈ। ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹਨ ਜਿਹੜੀਆਂ ਮਾਸਪੇਸ਼ੀ ਦੇ ਤੌਰ 'ਤੇ ਆਪਣਾ ਕੰਮ ਕਰਦੀਆਂ ਨੇ, ਸਟ੍ਰੈਚ ਕਰਦੀਆਂ ਨੇ, ਕਿਸੇ ਚੀਜ਼ ਨੂੰ ਫੜ ਕੇ ਰੱਖਦੀਆਂ ਨੇ। ਇਹ ਸਾਰੀਆਂ ਗੱਲਾਂ ਜਿੰਨੀਆਂ ਵੀ ਮਾਸਪੇਸ਼ੀਆਂ ਦੀਆਂ ਹੈਗੀਆਂ ਨੇ, ਇਹ ਉਹਨਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰਦੀਆਂ ਹੈਗੀਆਂ ਨੇ। ਸੋ ਇਹ ਸਾਰੀ ਕੰਡੀਸ਼ਨ ਹੈਗੀ ਹੈ ਸਾਡੀ ਇਸ ਮਾਸਪੇਸ਼ੀਆਂ ਦੇ ਲੈਕਚਰ ਦੀ। ਔਰ ਅਸੀਂ ਕੱਲ੍ਹ ਨੂੰ ਹੁਣ ਅਸੀਂ ਢਾਂਚਾ ਤਿਆਰ ਕਰ ਦਿੱਤਾ ਘਰ ਦਾ, ਬਾਉਂਡਰੀ ਵੀ ਤਿਆਰ ਕਰ ਦਿੱਤੀ, ਉਹਨਾਂ ਦੇ ਜੋੜ ਵੀ ਲਾ ਦਿੱਤੇ ਮਾਸਪੇਸ਼ੀਆਂ ਦੇ ਨਾਲ, ਉਹ ਵੱਜ ਗਈਆਂ। ਸਾਡੀ ਜਿਹੜੇ ਲੱਕੜਾਂ ਅਸੀਂ ਖੜੀਆਂ ਕੀਤੀਆਂ ਸੀ ਹੁਣ ਵੱਜ ਗਈਆਂ ਜੀ। ਹੁਣ ਅਸੀਂ ਇਹਦੇ ਅੰਦਰ ਵੜਨਾ ਹੈਗਾ ਆ, ਤੇ ਇਹਦੇ ਅੰਦਰ ਦੇ ਜਿਹੜੇ ਸਿਸਟਮ ਨੇ ਉਹ ਸ਼ੁਰੂ ਕਰਨੇ ਆ। ਤੇ ਸਭ ਤੋਂ ਪਹਿਲਾਂ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ, ਪਹਿਲਾਂ ਰਿਜਕ ਵਾਲੀ ਗੱਲ ਤੋਂ ਸ਼ੁਰੂ ਕਰਾਂਗੇ। ਹਾਂਜੀ, ਪਹਿਲਾਂ ਰਿਜਕ ਕਿਵੇਂ ਅੰਦਰ ਜਾਣਾ ਆ ਤੇ ਉਸ ਰਿਜਕ ਨੇ ਕਿਵੇਂ ਇਸਤੇਮਾਲ ਹੋਣਾ, ਭਾਵ ਡਾਈਜੈਸਟਿਵ ਸਿਸਟਮ। ਸੋ ਕੱਲ੍ਹ ਨੂੰ ਮੈਂ ਸਾਰੇ ਸਰੋਤੇ ਬੜੇ ਧਿਆਨ, ਕਿਉਂਕਿ ਬਹੁਤੀਆਂ ਸਾਰੀਆਂ ਬਿਮਾਰੀਆਂ ਹੀ ਨੇ। ਕਿਸੇ ਨੂੰ ਐਸਿਡਿਟੀ ਹੋ ਗਈ ਹੈ ਜੀ, ਕਿਸੇ ਨੂੰ ਜੀ ਕੱਚਾ ਹੋ ਗਿਆ ਜੀ, ਇੰਡਾਈਜੇਸ਼ਨ ਹੋ ਗਿਆ ਜੀ, ਕਿਸੇ ਨੂੰ ਗੈਸ ਬਣਦੀ ਹੈ ਜੀ, ਕਿਸੇ ਨੂੰ ਕਬਜ਼ ਰਹਿੰਦੀ ਹੈ। ਬਹੁਤੀਆਂ ਸਾਰੀਆਂ ਬਿਮਾਰੀਆਂ ਇਸ ਏਰੀਏ ਦੇ ਵਿੱਚ ਹੀ ਆ ਜਾਂਦੀਆਂ ਨੇ। ਸੋ ਇਸ ਸਾਰੀਆਂ ਗੱਲਾਂ ਨੂੰ ਅਸੀਂ ਮੂੰਹ ਤੋਂ ਸ਼ੁਰੂ ਕਰਨਾ ਆ, ਔਰ ਮੂੰਹ ਦੇ ਵਿੱਚ ਕੀ ਕੀ ਹੈਗਾ ਡਾਈਜੈਸ਼ਨ ਵਾਲਾ, ਤੇ ਉਸ ਤੋਂ ਬਾਅਦ ਹੇਠਾਂ ਇੱਕ ਇੱਕ ਅੰਗ ਦੀ ਗੱਲ ਜਿਹੜੀ ਉਹ ਮੈਂ ਤੁਹਾਡੇ ਨਾਲ ਕਰਦੇ ਸਾਂਝੀ ਤੁਰ ਜਾਣਾ, ਜਿਹੜੀ ਕਿ ਆਮ ਪਬਲਿਕ ਦੇ ਜਾਣਨ ਦੀ ਲੋੜ ਹੈ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਡਾਕਟਰ ਦੀ ਲਿਮਟ ਤੱਕ ਦੇ ਹੁੰਦੀਆਂ ਨੇ, ਪਰ ਇੱਥੇ ਮੇਰਾ ਕੰਮ ਇਹ ਆ ਕਿ ਤੁਸੀਂ ਸੁਚੇਤ ਹੋਵੋ। ਬਹੁਤ ਸਾਰੀਆਂ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹ ਤੁਸੀਂ ਜਾਣਦੇ ਹੋਵੋ। ਸੋ ਚੀਮਾ ਸਾਹਿਬ, ਅੱਜ ਦਾ ਸਮਾਂ ਆਪਾਂ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਫਿਰ ਆਪਾਂ ਇਸ ਪ੍ਰੋਗਰਾਮ ਨੂੰ ਅੱਗੇ ਸ਼ੁਰੂ ਕਰਾਂਗੇ। ਸਾਰੇ ਸਰੋਤਿਆਂ ਦਾ, ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰਾ ਸਿਸਟਮ ਜਿਹੜਾ ਆਪਾਂ ਸ਼ੁਰੂ ਕੀਤਾ ਹੋਇਆ ਹੈ, ਜੀਵਨ ਤੋਂ ਜੀਵਨ ਦੀ ਉਤਪਤੀ ਦਾ, ਉਹਨੂੰ ਆਮ ਪਬਲਿਕ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਕਰ ਰਹੇ ਹੋ। ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ। ਸੋ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਿਆਂ ਮੈਂ ਆਪਣਾ ਫੋਨ ਨੰਬਰ ਦੱਸ ਦਿਆਂ ਕਿ 4086871899। ਈਮੇਲ ਐਡਰੈਸ ਹੈ homeomedicine HOMEOMEDICINE@yahoo.com। ਕਿਸੇ ਵੀ ਵੇਲੇ ਈਮੇਲ ਕਰਕੇ ਜਾਂ ਫੋਨ ਕਰਕੇ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਤੁਸੀਂ ਸਮਝਣਾ ਚਾਹੁੰਦੇ ਹੋ, ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਰਾਹੀਂ, ਸਾਇੰਟੀਫਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੀ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਬੜੀ ਮਿਹਰਬਾਨੀ ਹੈ, ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਖੂਬ ਜਾਣਕਾਰੀਆਂ ਤੁਸੀਂ ਰੋਜ਼ ਦੀ ਤਰ੍ਹਾਂ ਪੇਸ਼ ਕਰਦੇ ਹੋ, ਔਰ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ। ਮਿਲਦੇ ਹਾਂ ਜੀ ਕੱਲ੍ਹ ਨੂੰ ਨਵੇਂ ਆਦਰ ਪ੍ਰੋਗਰਾਮ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।